ਬਜ਼ੁਰਗ 65 ਸਾਲ 70 ਸਾਲ ਦੇ ਬਜ਼ੁਰਗ ਸਾਨੂੰ ਦੂਸਰੇ ਤੀਸਰੇ ਦਿਨ ਕਹਿ ਰਹੇ ਨੇ ਕਿ ਜੀ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਵਾਕਰ ਦੀ ਲੋੜ ਹੈਗੀ ਹੈ, ਸਾਨੂੰ ਲੱਗ ਹੀ ਨਹੀਂ ਰਿਹਾ ਸਾਡੇ ਆਪਰੇਸ਼ਨ ਹੋਏ ਨੇ। ਤੇ ਜਦੋਂ ਚੱਲਦੇ ਨੇ ਤਾਂ ਉਹਨਾਂ ਦਾ ਐਂ ਲੱਗਦਾ ਜਿਵੇਂ ਆਪਰੇਸ਼ਨ ਐਕਚੁਅਲੀ ਹੋਇਆ ਹੀ ਨਾ ਹੋਵੇ। ਇੰਨੀ ਕੰਫਰਟ ਅਸੀਂ ਕਹ ਲਓ ਪਹਿਲੇ ਕੰਪਿਊਟਰ ਸਰਜਰੀਜ਼ ਵੀ ਕਰ ਰਹੇ ਸੀਗੇ, ਮੈਨੂਅਲ ਸਰਜਰੀਜ਼ ਤਾਂ ਕਰ ਹੀ ਰਹੇ ਸੀਗੇ, ਬਟ ਜੋ ਰੋਬੋਟਿਕ ਦੇ ਨਾਲ ਸਾਨੂੰ ਇੱਕ ਮਤਲਬ ਸਰਪ੍ਰਾਈਜ਼ਿੰਗ ਰਿਜ਼ਲਟਸ ਮਿਲ ਰਹੇ ਨੇ। ਤੇ ਜਿਵੇਂ ਰੋਬੋਟਿਕ ਸਰਜਰੀ ਹੈਗੀ ਹੈ ਫੁੱਲੀ ਐਕਟਿਵ ਰੋਬੋਟਿਕ ਸਰਜਰੀ, ਉਹ ਆਈ ਐਮ ਵੈਰੀ ਹੈਪੀ ਟੂ ਸੇ ਕਿ ਨਾਗਪਾਲ ਹਸਪੀਟਲ ਬਠਿੰਡਾ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਫੁੱਲੀ ਐਕਟਿਵ ਸਰਜਰੀਜ਼ ਕੀਤੀਆਂ ਨੇ। ਅਸੀਂ ਮਸਲਸ ਨੂੰ ਚੀਰ-ਫਾੜ ਕੀਤੇ ਬਿਨਾਂ ਗੋਡੇ ਦੇ ਜਿਹੜੇ ਗੈਪਸ ਨੂੰ ਅਸੀਂ ਪਰਫੈਕਟਲੀ ਬੈਲੈਂਸ ਕਰ ਪਾਉਂਦੇ ਹਾਂ ਅਤੇ 1-1 ਮਿਲੀਮੀਟਰ ਤੱਕ ਦੇਖ ਕੇ ਬੈਲੈਂਸ ਕਰ ਪਾਉਂਦੇ ਹਾਂ, ਜੋ ਕਿ ਅਸੀਂ ਪਹਿਲੇ ਹਿਸਾਬ ਨਾਲ ਕਰ ਰਹੇ ਸੀਗੇ। ਕਹਿ ਲਓ ਨਾ 100 ਦੇ ਵਿੱਚੋਂ 4 ਜਾਂ 5 ਕੇਸ ਐਸੇ ਨਿਕਲਦੇ ਸੀਗੇ ਜਿਹਦੇ ਵਿੱਚ ਕਿ 1-2 mm ਉੱਪਰ ਥੱਲੇ ਹੋਣ ਦੇ ਚਾਂਸਿਸ ਹੁੰਦੇ ਸੀ। ਬਟ ਵਿਦ ਦਿਸ ਰੋਬੋਟਿਕ ਟੈਕਨੋਲੋਜੀ ਆਈ ਐਮ ਵੈਰੀ ਹੈਪੀ ਟੂ ਸੇ ਤਾਂ ਅਸੀਂ ਆਪਣੇ ਪੇਸ਼ੈਂਟਸ ਦੀ ਇਹ ਕੰਫਰਟ ਜ਼ਰੂਰ ਦਿੱਤੀ ਹੈ ਕਿ ਜਦੋਂ ਆ ਜਾਂਦੇ ਨੇ ਉਹਨਾਂ ਨੇ ਇੱਕ ਵਾਰੀ ਆਪਣਾ ਜਦੋਂ ਪੈਕੇਜ ਡਿਸਾਈਡ ਕਰ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ। ਸਾਰਾ ਕੁਝ ਮੈਡੀਕਲ ਕੇਅਰ ਅਸੀਂ ਆਪ ਦੇਖਦੇ ਹਾਂ, ਉਹਨਾਂ ਦੇ ਬਲੱਡ ਟੈਸਟ, ਉਹਨਾਂ ਦੇ ਸਾਰੇ ਜਿਹੜੇ ਮੈਡੀਸਿਨਸ ਨੇ, ਐਵਰੀਥਿੰਗ ਇਜ਼ ਟੇਕਨ ਕੇਅਰ ਆਫ ਇਨ ਦੈਟ ਪੈਕੇਜ। ਤਾਂ ਉਹਨਾਂ ਨੂੰ ਭੱਜ ਦੌੜ ਨਹੀਂ ਕਰਨੀ ਪੈਂਦੀ, ਉਹਨਾਂ ਨੂੰ ਸਿਰਫ ਆਪਣੇ ਪੇਸ਼ੈਂਟ ਨੂੰ ਹੱਲਾਸ਼ੇਰੀ ਦੇਣੀ ਹੈ, ਉਹਨਾਂ ਦਾ ਖਿਆਲ ਰੱਖਣਾ ਹੈ, ਡਾਇਟ ਦਾ ਖਿਆਲ ਰੱਖਣਾ ਹੈ, ਬਾਕੀ ਮੈਡੀਕਲ ਪਾਰਟ ਸਾਰਾ ਅਸੀਂ ਖਿਆਲ ਆਪੇ ਰੱਖਣਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਦਾ ਐਪੀਸੋਡ ਤੁਹਾਡੇ ਲਈ ਬੜਾ ਖਾਸ ਹੋਣ ਵਾਲਾ ਹੈ ਕਿਉਂਕਿ ਅਸੀਂ ਇੱਕ ਐਸੀ ਸਮੱਸਿਆ ਦੀ ਗੱਲ ਕਰਨ ਲੱਗੇ ਹਾਂ ਜਿਸ ਤੋਂ ਕਾਫੀ ਲੋਕ ਜਿਹੜੇ ਨੇ ਅੱਜ ਦੇ ਸਮੇਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੀੜਤ ਹੋ ਰਹੇ ਨੇ। ਔਰ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੀ ਗੱਲ ਕੀਤੀ ਜਾਵੇ, ਖਾਸ ਤੌਰ ਕੈਨੇਡਾ ਜਾਂ ਇੰਗਲੈਂਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇਹ ਸਮੱਸਿਆ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਉਹ ਹੈ ਗੋਡਿਆਂ ਦੀ ਸਮੱਸਿਆ। ਗੋਡਿਆਂ ਦੇ ਵਿੱਚ ਦਰਦ ਸ਼ੁਰੂ ਹੁੰਦਾ ਹੈ, ਦਰਦ ਤੋਂ ਬਾਅਦ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰਸ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਅਗਰ ਦੇਸੀ ਭਾਸ਼ਾ ਦੇ ਵਿੱਚ ਕਹੀਏ ਗੋਡਿਆਂ 'ਚੋਂ ਗਰੀਸ ਮੁੱਕ ਗਿਆ ਤੇ ਗੋਡੇ ਬਦਲਾਣੇ ਪੈਣੇ ਆ, ਯਾਨੀ ਕਿ ਆਪਰੇਸ਼ਨ ਕਰਵਾਉਣਾ ਪੈਣਾ। ਸੋ ਇਹ ਸ਼ਬਦ ਸੁਣਦੇ ਹੀ ਕਈ ਲੋਕ ਘਬਰਾ ਜਾਂਦੇ ਨੇ, ਡਰ ਜਾਂਦੇ ਨੇ, ਉਹ ਸਮਾਂ ਪਾਸ ਔਨ ਕਰਦੇ ਜਾਂਦੇ ਨੇ ਤੇ ਇਹ ਪ੍ਰੋਬਲਮ ਜਿਹੜੀ ਆ ਹੋਰ ਜ਼ਿਆਦਾ ਵੱਧਦੀ ਜਾਂਦੀ ਹੈ ਤੇ ਆਖਿਰਕਾਰ ਗੋਡੇ ਤਾਂ ਬਦਲਾਣੇ ਹੀ ਪੈਂਦੇ ਨੇ। ਪਰ ਜਿਹੜਾ ਇਹ ਡਰ ਹੈ ਉਹ ਕਾਫੀ ਕੰਡੀਸ਼ਨ ਜਿਹੜੀ ਹੈ ਖਰਾਬ ਕਰ ਦਿੰਦਾ ਹੈ। ਪਰ ਸਵਾਲ ਇਹੀ ਉੱਠਦਾ ਹੈ ਕਿ ਜਦੋਂ ਸਰਜਰੀ ਦੀ ਗੱਲ ਆਉਂਦੀ ਹੈ ਤਾਂ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿੱਥੇ ਸਰਜਰੀ ਹੁੰਦੀ ਹੋਵੇ ਉਹ ਹਸਪੀਟਲ ਭਰੋਸੇ ਦਾ ਹੋਵੇ, ਉਹ ਸਰਜਨ ਜਿਹੜਾ ਹੈ ਭਰੋਸੇ ਦਾ ਹੋਵੇ ਤੇ ਉਸ ਕੋਲੋਂ ਇਹ ਇਲਾਜ ਕਰਵਾਇਆ ਜਾਵੇ। ਜੇ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ, ਪਹਿਲੀ ਗੱਲ ਤਾਂ ਇਹ ਹੈ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਵੇਟਿੰਗ ਜਿਹੜੀ ਹੈ ਬਹੁਤ ਜ਼ਿਆਦਾ ਹੈ। ਪਹਿਲੀ ਗੱਲ ਤਾਂ ਵਾਰੀ ਨਹੀਂ ਆਉਂਦੀ ਤੇ ਜੇ ਵਾਰੀ ਆ ਵੀ ਜਾਂਦੀ ਹੈ ਤਾਂ ਇਹ ਇਲਾਜ ਜਿਹੜਾ ਹੈ ਜਾਂ ਸਰਜਰੀ ਜਿਹੜੀ ਹੈ ਬਹੁਤ ਜ਼ਿਆਦਾ ਕੋਸਟਲੀ ਪੈਂਦੀ ਹੈ। ਸੋ ਇਸ ਕਰਕੇ ਕਾਫੀ ਦਿੱਕਤਾਂ ਜਿਹੜੀਆਂ ਨੇ ਉਹ ਪੇਸ਼ੈਂਟ ਨੂੰ ਆਉਂਦੀਆਂ ਨੇ। ਸੋ ਅੱਜ ਤੁਹਾਡੇ ਸਾਰੇ ਆਪਰੇਸ਼ਨ ਨੂੰ ਲੈ ਕੇ ਡਾਊਟਸ ਕਲੀਅਰ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ ਤੇ ਉਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਵੇਂ ਤੁਸੀਂ ਰੀਜ਼ਨੇਬਲ ਪ੍ਰਾਈਸਿਸ ਦੇ ਉੱਤੇ ਆਪਣੀ ਸਰਜਰੀ ਕਰਵਾ ਸਕਦੇ ਹੋ ਤੇ ਜੇ ਲੋੜ ਪਵੇ ਤਾਂ ਇੱਕ ਦੀ ਥਾਂ ਦੋਨੋਂ ਗੋਡੇ ਵੀ ਅਗਰ ਬਦਲਾਣੇ ਨੇ ਤਾਂ ਤੁਹਾਨੂੰ ਜ਼ਿਆਦਾ ਵੇਟਿੰਗ ਨਹੀਂ ਕਰਨੀ ਪਏਗੀ, ਦੋਨੋਂ ਗੋਡੇ ਇੱਕ ਨਾਲ ਵੀ ਬਦਲੇ ਜਾ ਸਕਦੇ ਨੇ। ਔਰ ਚੰਗੀ ਸਭ ਤੋਂ ਵੱਡੀ ਖੁਸ਼ਖਬਰੀ ਦੀ ਜਿਹੜੀ ਗੱਲ ਹੈਗੀ ਹੈ, ਇਹ ਸਾਰਾ ਕੁਝ ਹੁਣ ਪੰਜਾਬ ਦੇ ਵਿੱਚ ਤੁਹਾਡੇ ਲਈ ਉਪਲਬਧ ਹੈ, ਉਹ ਵੀ ਵਰਲਡ ਕਲਾਸ ਟੈਕਨੋਲੋਜੀਜ਼ ਦੇ ਨਾਲ, ਐਡਵਾਂਸਮੈਂਟਸ ਦੇ ਨਾਲ। ਔਰ ਬਠਿੰਡਾ ਦੇ ਅਸੀਂ ਹਸਪੀਟਲ ਦੀ ਗੱਲ ਕਰ ਰਹੇ ਹਾਂ, ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ, ਜਿੱਥੇ ਕਿ ਗੋਡਿਆਂ ਦਾ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ, ਕਾਫੀ ਸਾਲਾਂ ਦਾ ਤਜਰਬਾ ਹੈ। ਸੋ ਡਾਕਟਰ ਪਰਮਪ੍ਰੀਤ ਸਿੰਘ ਜਿਹੜੇ ਨੇ ਉਹ ਕਈ ਸਾਲਾਂ ਤੋਂ ਜਿਹੜੇ ਨੇ ਉਹ ਬਹੁਤ ਸਾਰੀ ਸਰਜਰੀਜ਼ ਜਿਹੜੀਆਂ ਕਰ ਚੁੱਕੇ ਹੈ। ਔਰ ਹਾਲ ਹੀ ਦੇ ਵਿੱਚ 2023 ਜਦੋਂ ਸ਼ੁਰੂਆਤ ਹੀ ਹੋਇਆ ਤਾਂ ਜਨਵਰੀ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਸਾਲ ਦੇ ਚੜ੍ਹਦੇ ਹੀ ਫੁੱਲੀ ਐਕਟਿਵ ਰੋਬੋਟਿਕ ਸਰਜਰੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਨਹੀਂ ਕੀਤੀ ਜਾਂਦੀ। ਸੋ ਪੰਜਾਬ ਨੂੰ ਮੂਹਰੀ ਕੀਤਾ ਉਹਨਾਂ ਨੇ। ਤੋਂ ਬਠਿੰਡਾ ਦੇ ਵਿੱਚ ਇਹ ਹਸਪੀਟਲ ਹੈ ਜਿੱਥੇ ਇਸ ਟੈਕਨੋਲੋਜੀ ਦੇ ਨਾਲ ਹੁਣ ਇਹ ਸਰਜਰੀਜ਼ ਜਿਹੜੀਆਂ ਹੋ ਰਹੀਆਂ, ਸਕਸੈਸ ਰੇਟ ਕਾਫੀ ਅੱਛੇ ਨੇ। ਸੋ ਮੈਂ ਜਿੰਨਾ ਦੱਸਣਾ ਸੀ ਉਹਨਾਂ ਦੱਸ ਚੁੱਕਿਆ। ਸੋ ਹੁਣ ਤੁਹਾਡੀ ਗੱਲ ਜਿਹੜੀ ਹੈ ਡਾਕਟਰ ਸਾਹਿਬ ਦੇ ਨਾਲ ਡਾਇਰੈਕਟ ਕਰਵਾਵਾਂਗੇ। ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਾਰੇ ਹਮਦਰਦ ਟੀਵੀ ਦੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਇੱਕ ਸਵਾਗਤ ਵੀ ਕਰਦੇ ਹਾਂ ਹੈਲਥ ਟਾਕ ਦੇ ਵਿੱਚ ਤੇ ਤੁਹਾਡੀ ਇੱਕ ਇੰਟਰੋਡਕਸ਼ਨ ਲਈ ਤੁਹਾਨੂੰ ਵੀ ਸ਼ੁਕਰੀਆ ਕਰਦੇ ਹਾਂ, ਤੁਸੀਂ ਇੰਨੀ ਵਧੀਆ ਇੰਟਰੋਡਕਸ਼ਨ ਦਿੱਤੀ ਹੈ ਜੀ। ਐਕਚੁਅਲੀ ਉਹੀ ਹੈ ਜੀ, ਪਿਛਲੇ 40 ਸਾਲ ਤੋਂ ਹਸਪੀਟਲ ਇਸ ਇਲਾਕੇ ਦੀ ਸੇਵਾ ਕਰਦਾ ਆਇਆ ਹੈਗਾ। ਹਮੇਸ਼ਾ ਤੋਂ ਹੀ ਪੇਰੈਂਟਸ ਦੀ ਵੀ ਇਹੀ ਕਹਿ ਲਓ ਨਾ ਮਾਈਂਡਸੈਟ ਰਿਹਾ ਕਿ ਆਪਣੇ ਇਲਾਕੇ ਨੂੰ ਜਿਹੜੇ ਨੂੰ ਪਿਛੜਿਆ ਹੋਇਆ ਮੰਨਿਆ ਜਾਂਦਾ ਹੈ ਜੀ, ਉਹਦੇ ਵਿੱਚ ਆਪਾਂ ਨਵੀਆਂ ਤੋਂ ਨਵੀਆਂ ਫੈਸਿਲਿਟੀਜ਼ ਲੈ ਕੇ ਆਈਏ। ਸਾਰਾ ਕਹਿ ਲਓ ਨਾ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਬਣਾਈਏ ਜਿਹਦੇ ਵਿੱਚ ਕਿ ਸਾਰੀਆਂ ਫੈਸਿਲਿਟੀਜ਼ ਇੱਕ ਰੂਫ ਦੇ ਅੰਡਰ ਮਿਲਣ। ਐਂਡ ਜਿਹੜੀਆਂ ਹਜੇ ਕਹਿ ਲਓ ਨਾ ਜਿਹੜੀਆਂ ਵੀ ਵਰਲਡ ਦੇ ਵਿੱਚ ਐਡਵਾਂਸਮੈਂਟਸ ਨੇ, ਲੇਟੈਸਟ ਟੈਕਨੋਲੋਜੀਜ਼ ਨਾਲ ਜੇ ਆਪਾਂ ਟਰੀਟਮੈਂਟਸ ਕਰਦੇ ਹਾਂ ਐਂਡ ਐਟ ਅ ਵੈਰੀ ਇਕਨੋਮਿਕਲ ਪ੍ਰਾਈਸ ਤਾਂ ਕਿ ਸਾਰੇ ਆਪਣੇ ਇਲਾਕੇ ਦੇ ਮੈਕਸਿਮਮ ਲੋਕ ਉਹਨੂੰ ਯੂਜ਼ ਕਰ ਪਾਉਣ। ਇਹੀ ਇੱਕ ਕਹਿ ਲਓ ਮਾਈਂਡਸੈਟ ਦੇ ਨਾਲ
ਅਸੀਂ ਪਿਛਲੇ ਕਹ ਲਓ ਹੁਣ ਮੈਨੂੰ ਵੀ ਇੱਥੇ 12 ਸਾਲ ਹੋ ਗਏ ਨੇ 2011 ਤੋਂ ਮੈਂ ਵੀ ਇੱਥੇ ਆਰਥੋ ਦਾ ਜੁਆਇੰਟ ਰਿਪਲੇਸਮੈਂਟ ਦਾ ਡਿਪਾਰਟਮੈਂਟ ਸੰਭਾਲ ਰਿਹਾ ਤਾਂ ਅਸੀਂ ਮੋਰ ਦੈਨ 6000 ਸਰਜਰੀਜ਼ ਆਲਰੇਡੀ ਇਹਦੇ ਵਿੱਚ ਕਰ ਚੁੱਕੇ ਹੈਗੇ ਆ ਜਿਹੜੀਆਂ ਜੁਆਇੰਟ ਰਿਪਲੇਸਮੈਂਟਸ ਦੀਆਂ ਓਵਰਆਲ ਟੋਟਲ ਸਰਜਰੀਜ਼ ਜਾਂ ਆਰਥੋਪੈਡਿਕਸ 'ਚ ਕਹੀਏ ਤਾਂ ਮੋਰ ਦੈਨ 15000 ਅਸੀਂ ਕਰ ਚੁੱਕੇ ਹਾਂ ਐਂਡ ਸਕਸੈਸ ਰੇਟ ਵੀ ਕਾਫੀ ਅੱਛਾ ਰਿਹਾ ਹੈ ਪੇਸ਼ੈਂਟਸ ਦਾ ਸਾਨੂੰ ਬਹੁਤ ਵਿਸ਼ਵਾਸ ਇੰਨੇ ਦੇਰ ਦੇ ਵਿੱਚ ਮਿਲਿਆ ਹੈਗਾ ਤੇ ਅਸੀਂ ਵੀ ਕਹ ਲਓ ਟਾਈਮ ਟੂ ਟਾਈਮ ਲੇਟੈਸਟ ਟੈਕਨੋਲੋਜੀਜ਼ ਜਿਵੇਂ ਕਿ ਵਰਲਡ ਦੇ ਬੈਸਟ ਲੈਵਲ ਦੇ ਇੰਪਲਾਂਟਸ ਹੋ ਜਾਣ ਬੈਸਟ ਆਪਰੇਸ਼ਨ ਥੀਏਟਰਸ ਜਿਨ੍ਹਾਂ ਦੇ ਵਿੱਚ ਹੈਪਾ ਫਿਲਟਰਸ ਤੋਂ ਲੈ ਕੇ ਸਾਰੀ ਜਿਵੇਂ ਕਹ ਲਓ ਨਾ ਇਨਫੈਕਸ਼ਨ ਪ੍ਰੋਟੈਕਸ਼ਨ ਵਾਲੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਉਸ ਦੇ ਨਾਲ ਪ੍ਰੋਪਰ ICUs ਜਿਹੜੇ ਕਹ ਲਓ ਕਿਉਂਕਿ ਸਾਰੇ ਜਿਹੜੇ ਵੀ ਆਪਣੇ ਪੇਸ਼ੈਂਟਸ ਆ ਰਹੇ ਨੇ ਕਾਫੀ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੂੰ ਕੋਮੋਰਬਿਡਿਟੀਜ਼ ਜਿਵੇਂ ਕਿ ਸ਼ੂਗਰ ਜਾਂ BP ਹੁੰਦਾ ਹੈ ਤਾਂ ਉਹਨਾਂ ਸਾਰੀ ਚੀਜ਼ਾਂ ਦੇ ਬੈਕਅਪ ਲਈ ਵੀ ਹੈਗਾ ਫਿਜ਼ੀਓ ਦੀ ਟੀਮ ਹੁਣ ਸਾਡੀ ਕਾਫੀ ਅੱਛੀ ਸਟਰੋਂਗ ਬਣ ਚੁੱਕੀ ਹੈ ਓਵਰ ਦਾ ਈਅਰਸ ਐਂਡ ਜਿਹੜੀ ਸਾਡੀ ਸਰਜੀਕਲ ਜਾਂ ਵਰਕਿੰਗ ਟੀਮ ਹੈ ਉਹ ਵੀ ਸਾਡੇ ਨਾਲ ਕਨਸਟੈਂਟ ਪਿਛਲੇ 8-9 ਸਾਲ ਤੋਂ ਹੈਗੀ ਹੈ ਤਾਂ ਇਸ ਟਾਈਮ ਦੇ ਵਿੱਚ ਅਸੀਂ ਇੱਕ ਅੱਛੀ ਟੀਮ ਬਣਾ ਲਈ ਹੈਗੀ ਹੈ ਤੇ ਹੁਣ ਅਸੀਂ ਜਨਵਰੀ ਦੇ ਵਿੱਚ ਟੋਟਲ ਐਕਟਿਵ ਜੁਆਇੰਟ ਰਿਪਲੇਸਮੈਂਟ ਸਰਜਰੀ ਰੋਬੋਟ ਵੀ ਲੈ ਕੇ ਆਏ ਹੈਗੇ ਆ ਜਿਹੜਾ ਪੰਜਾਬ ਦਾ ਪਹਿਲਾ ਇਸ ਤਰੀਕੇ ਦਾ ਰੋਬੋਟ ਹੈ ਇਨੀਸ਼ੀਅਲੀ ਜਿਵੇਂ ਕਹ ਲਓ ਪਹਿਲੇ ਸੈਮੀ ਐਕਟਿਵ ਰੋਬੋਟ ਸੀਗੇ ਬਟ ਸਟਿਲ ਉਹਨਾਂ ਦੇ ਨਾਲ ਕੁਛ ਨਾ ਕੁਛ ਇਨਐਕਿਊਰੇਸੀਜ਼ ਦੇ ਚਾਂਸਸ ਰਹਿ ਰਹੇ ਸੀਗੇ ਬਟ ਇਸ ਫੁੱਲੀ ਐਕਟਿਵ ਰੋਬੋਟ ਦੇ ਨਾਲ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਹੈ ਤਾਂ ਹੁਣ ਅਸੀਂ ਜਿਵੇਂ ਪਹਿਲੇ 2 ਮਹੀਨੇ ਦੇ ਵਿੱਚ ਮੋਰ ਦੈਨ 100 ਸਰਜਰੀਜ਼ ਕਰ ਚੁੱਕੇ ਹਾਂ ਤਾਂ ਉਹਦੇ ਵਿੱਚ ਸਾਨੂੰ ਬਹੁਤ ਹੀ ਕਹ ਲਓ ਨਾ ਆਸ਼ਚਰਯਚਕਿਤ ਕਰਨ ਵਾਲੇ ਰਿਜ਼ਲਟਸ ਮਿਲ ਰਹੇ ਹੈਗੇ ਨੇ ਕਿ ਬਜ਼ੁਰਗ 65 ਸਾਲ 70 ਸਾਲ ਦੇ ਬਜ਼ੁਰਗ ਸਾਨੂੰ ਦੂਸਰੇ ਤੀਸਰੇ ਦਿਨ ਕਹਿ ਰਹੇ ਨੇ ਕਿ ਜੀ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਵਾਕਰ ਦੀ ਲੋੜ ਹੈਗੀ ਹੈ ਸਾਨੂੰ ਲੱਗ ਹੀ ਨਹੀਂ ਰਿਹਾ ਸਾਡੇ ਆਪਰੇਸ਼ਨ ਹੋਏ ਨੇ ਅਸੀਂ ਵਿਦਆਊਟ ਵਾਕਰ ਵਿਦਆਊਟ ਸਪੋਰਟ ਚੱਲਣਾ ਚਾਹੁੰਦੇ ਹਾਂ ਤੇ ਜਦੋਂ ਚੱਲਦੇ ਨੇ ਤਾਂ ਉਹਨਾਂ ਦਾ ਐਂ ਲੱਗਦਾ ਜਿਵੇਂ ਆਪਰੇਸ਼ਨ ਐਕਚੁਅਲੀ ਹੋਇਆ ਹੀ ਨਾ ਹੋਵੇ ਇੰਨੀ ਕੰਫਰਟ ਅਸੀਂ ਕਹ ਲਓ ਪਹਿਲੇ ਕੰਪਿਊਟਰਾਈਜ਼ ਸਰਜਰੀਜ਼ ਵੀ ਕਰ ਰਹੇ ਸੀਗੇ ਮੈਨੂਅਲ ਸਰਜਰੀਜ਼ ਤਾਂ ਕਰ ਹੀ ਰਹੇ ਸੀਗੇ ਬਟ ਜੋ ਰੋਬੋਟਿਕ ਦੇ ਨਾਲ ਸਾਨੂੰ ਇੱਕ ਮਤਲਬ ਸਰਪ੍ਰਾਈਜ਼ਿੰਗ ਰਿਜ਼ਲਟਸ ਮਿਲ ਰਹੇ ਨੇ ਤਾਂ ਸਾਡਾ ਇਸ ਟੈਕਨੋਲੋਜੀ ਦੇ ਵਿੱਚ ਵਿਸ਼ਵਾਸ ਵੀ ਹੋਰ ਵੱਧ ਰਿਹਾ ਹੈ ਉਸ ਤੋਂ ਬਾਅਦ ਸਾਡੇ ਫੈਮਿਲੀ ਦੇ 3 ਮੈਂਬਰਸ ਆਲਰੇਡੀ ਇਹਦੇ ਵਿੱਚ ਕਰਵਾ ਚੁੱਕੇ ਹੈਗੇ ਨੇ ਤਾਂ ਉਹੀ ਹੈ ਕਿ ਮਤਲਬ ਐਕਚੁਅਲੀ ਰੋਬੋਟਿਕ ਟੈਕਨੀਕ ਦੇ ਵਿੱਚ ਵੀਕਨੈਸ ਵੀ ਘੱਟ ਆ ਰਹੀ ਹੈ ਐਕਿਊਰੇਸੀ nearly 100% ਹੈਗੀ ਹੈ ਐਂਡ ਪੇਸ਼ੈਂਟਸ ਆਰ ਐਕਚੁਅਲੀ ਫੀਲਿੰਗ ਦਾ ਡਿਫਰੈਂਸ ਜਿਨ੍ਹਾਂ ਦਾ ਪਹਿਲੇ ਇੱਕ ਗੋਡਾ ਹੋਇਆ ਨਾਰਮਲ ਟੈਕਨੀਕ ਨਾਲ ਤੇ ਹੁਣ ਜਿਵੇਂ ਇਹਦੇ ਨਾਲ ਹੋ ਰਿਹਾ ਤਾਂ ਉਹਨਾਂ ਨੂੰ ਐਂ ਲੱਗਿਆ ਕਿ ਜਿਵੇਂ ਮਤਲਬ ਚਲੋ ਜ਼ਮੀਨ ਆਸਮਾਨ ਦਾ ਫਰਕ ਹੈ ਕਿ ਪਹਿਲੇ ਬਹੁਤ ਦਰਦ ਮਹਿਸੂਸ ਹੋਇਆ ਸੀਗਾ ਗੋਡਾ ਮੋੜਨ 'ਚ ਦਿੱਕਤ ਆਈ ਸੀ ਤੇ ਇਹਦੇ ਵਿੱਚ ਉਹਨਾਂ ਨੂੰ ਨੀਅਰਲੀ ਐਂ ਲੱਗ ਰਿਹਾ ਕਿ ਇਟਸ ਲਾਈਕ ਅ ਨੈਚੁਰਲ ਨਹੀਂ ਕਿ ਗੋਡਾ ਬਦਲਿਆ ਹੀ ਨਹੀਂ ਗਿਆ ਹੈਗਾ ਸੋ ਇਹ ਤਾਂ ਤੁਸੀਂ ਡਾਕਟਰ ਸਾਹਿਬ ਦੇ ਮੂੰਹੋਂ ਸੁਣਿਆ ਤੇ ਹੁਣ ਅਸੀਂ ਤੁਹਾਨੂੰ ਇਹ ਚਾਹਾਂਗੇ ਕਿ ਅਸੀਂ ਤੁਹਾਨੂੰ ਉਹ ਪੇਸ਼ੈਂਟਸ ਦੀ ਵੀ ਗੱਲ ਸੁਣਾਉਂਦੇ ਹਾਂ ਕਿ ਉਹਨਾਂ ਦੇ ਫੀਡਬੈਕਸ ਐਕਚੁਅਲੀ ਕੀ ਨੇ ਉਸ ਦੇ ਨਾਲ ਜ਼ਿਆਦਾ ਪਤਾ ਚੱਲਦਾ ਹੈ ਕਿ ਬੰਦਾ ਖੁਦ ਕੀ ਦੱਸਦਾ ਹੈ ਸੋ ਆਓ ਇੱਕ ਵਾਰੀ ਸੁਣ ਲੈਂਦੇ ਹਾਂ ਕਿ ਜਿਹੜੇ ਪੇਸ਼ੈਂਟਸ ਨੇ ਇੱਥੋਂ ਆਪਰੇਟ ਕਰਵਾਇਆ ਜਿਨ੍ਹਾਂ ਨੇ ਫੁੱਲੀ ਐਕਟਿਵ ਰੋਬੋਟਿਕ ਸਰਜਰੀ ਜਿਹੜੀ ਕਰਵਾਈ ਹੈ ਗੋਡਿਆਂ ਦੀ ਉਹਨਾਂ ਦਾ ਕੀ ਕਹਿਣਾ ਮੈਂ ਜੀਤ ਸਿੰਘ ਪੱਖੋ ਕੈਂਚੀਆਂ ਡਿਸਟ੍ਰਿਕਟ ਬਰਨਾਲਾ ਢਾਲੀਵਾਲ ਢਾਬੇ ਤੋਂ ਕੰਮ ਕਰਦਾ ਮੈਨੂੰ ਦਿੱਕਤ ਸੀਗੀ ਪਹਿਲਾਂ ਗੋਡਿਆਂ ਦੀ 8 ਸਾਲ ਤੋਂ ਕਮ ਸੇ ਕਮ ਨਾਗਪਾਲ ਤੋਂ ਰਿਪੋਰਟ ਨਾਲ ਆਪਣੇ ਗੋਡੇ ਠੀਕ ਕਰਵਾਏ ਪਰ ਦੂਜੇ ਦਿਨ ਹੀ ਕਾਇਮ ਹੋ ਗਿਆ ਮੈਂ ਅੱਜ ਮੈਂ ਪੂਰੀ ਜਵਾਨੀ ਮਹਿਸੂਸ ਕਰਦਾ ਮੇਰੀ 60 ਸਾਲ ਦੀ ਉਮਰ ਤਾਂ ਧੰਨਵਾਦ ਸਾਰਾ ਸਟਾਫ ਪੂਰਾ ਹੀ ਮੋਹਵਾ ਬਦਲਣਾ ਕੰਮ ਕਰਦਾ ਮੇਰਾ ਨਾਮ ਜੀਤ ਸਿੰਘ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਮੈਨੂੰ 3-4 ਸਾਲ ਤੋਂ ਗੋਡਿਆਂ ਦੀ ਬਹੁਤ ਜ਼ਿਆਦਾ ਤਕਲੀਫ ਸੀਗੀ ਤੁਰਨ ਫਿਰਨ 'ਚ ਦਿੱਕਤ ਆਉਂਦੀ ਸੀ ਤੇ ਮੈਂ ਨਾਗਪਾਲ ਹਸਪਤਾਲ 'ਚੋਂ ਰੋਬੋਟਿਕ ਨਾਲ ਗੋਡੇ ਚੇਂਜ ਕਰਵਾਏ ਉਹਨੇ ਤੇ ਹੁਣ ਮੈਨੂੰ ਕੋਈ ਤਕਲੀਫ ਨਹੀਂ ਬਿਲਕੁਲ ਮੈਂ ਚੰਗੀ ਤਰ੍ਹਾਂ ਤੁਰ ਫਿਰ ਸਕਦਾ My name is Virender Brar. I came from Canada to here. In Nagpal Hospital, I changed my knee with a robotic. ਉਸ ਤੋਂ ਬਾਅਦ ਮੈਨੂੰ ਕੋਈ ਤਕਲੀਫ ਨਹੀਂ ਆਈ ਮੈਂ ਨਾਗਪਾਲ ਹਸਪੀਟਲ ਦੇ ਵਿੱਚੋਂ ਆਪਦਾ ਰਾਈਟ ਨੀ ਚੇਂਜ ਕਰਵਾਇਆ ਹੈਗਾ ਨੈਕਸਟ ਡੇ ਮੈਂ ਤੁਰਨ ਲੱਗ ਗਈ ਹਾਂ ਉਸ ਤੋਂ ਬਾਅਦ ਅਸਟੀਸਿਸ ਤੋਂ ਬਾਅਦ ਮੈਂ ਫਿਜ਼ੀਓ ਲਈ ਗੁਰਪ੍ਰੀਤ ਤੋਂ ਉਹ ਵੀ ਬਹੁਤ ਵਧੀਆ ਹੈਗੇ ਆ ਉਹਨਾਂ ਨੇ ਮੇਰਾ 20 ਕੁ ਦਿਨਾਂ ਦੇ ਵਿੱਚ ਵੀ ਵਧੀਆ ਗੋਡਾ ਮੋੜਤਾ ਹੈਗਾ ਸਾਰਾ ਕੁਝ ਮੈਂ ਵਧੀਆ ਪੌੜੀਆਂ ਵੀ ਚੜ੍ਹ ਲੈਂਦੀ ਹਾਂ ਵਧੀਆ ਤੁਰ ਫਿਰ ਸਕਦੀ ਹਾਂ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ ਮੈਂ 2-3 ਕਿਲੋਮੀਟਰ ਹਰ ਰੋਜ਼ ਵਾਕ ਕਰ ਲੈਂਦੀ ਹਾਂ ਮੈਂ ਜੀਤ ਸਿੰਘ ਪੱਖੋ ਕੈਂਚੀਆਂ ਡਿਸਟ੍ਰਿਕਟ ਬਰਨਾਲਾ ਮੇਰੀ ਉਮਰ ਕਮ ਸੇ ਕਮ 60 ਸਾਲ ਦੀ ਹੈ ਮੈਂ ਆਪਰੇਸ਼ਨ ਕਰਾਇਆ ਸੀ 2 ਤਰੀਕ ਨੂੰ ਹੁਣ ਮੈਂ ਪੂਰਾ ਚੰਗੀ ਤਰ੍ਹਾਂ ਠੀਕ ਠਾਕ ਪੌੜੀਆਂ ਉੱਤਰ ਵੀ ਸਕਦਾ ਪੌੜੀਆਂ ਚੜ੍ਹ ਵੀ ਸਕਦਾ ਸੋ ਹੁਣ ਤੁਸੀਂ ਦੇਖਿਆ ਕਿ ਪੇਸ਼ੈਂਟਸ ਕੀ ਕਹਿ ਰਹੇ ਨੇ ਕਿੰਨੇ ਖੁਸ਼ ਨੇ ਉਹ ਜਾਂ ਕਿੰਨੇ ਐਕਸਾਈਟ ਨੇ ਤੇ ਡਾਕਟਰ ਸਾਹਿਬ ਮੇਰੇ ਖਿਆਲ ਨਾਲ ਮੈਂ ਦੇਖਿਆ ਕਿ ਕਈ ਹਸਪੀਟਲਸ ਸਕਸੈਸ ਜਿਹੜੀ ਆਪਣੀ ਸਕਸੈਸ ਹੈ ਉਹ ਇਸ ਗੱਲ ਦੇ ਵਿੱਚ ਮੰਨਦੇ ਨੇ ਕਿ ਜਦੋਂ ਉਹਨਾਂ ਦੀ ਲੌਬੀ ਦੇ ਵਿੱਚ ਵੇਟਿੰਗ ਏਰੀਆ ਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਬੈਠੇ ਹੁੰਦੇ ਨੇ ਬਟ ਇੱਥੇ ਮੈਨੂੰ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਤੁਸੀਂ ਸਕਸੈਸ ਰੇਟ ਆਪਣਾ ਉਸ ਨੂੰ ਮੰਨਦੇ ਹੋ ਕਿ ਜਦੋਂ ਤੁਹਾਨੂੰ ਰਿਜ਼ਲਟਸ ਅੱਛੇ ਮਿਲਦੇ ਆ ਯਾਨੀ ਕਿ ਜੋ ਤੁਸੀਂ ਆਪਰੇਟ ਕੀਤਾ ਤੇ ਤੁਸੀਂ ਸ਼ਾਇਦ ਇਹੀ ਇੱਕ ਰੀਜ਼ਨ ਰਿਹਾ ਕਿ ਤੁਸੀਂ ਟਾਈਮਲੀ ਜਿਹੜੀ ਹੈ ਟੈਕਨੋਲੋਜੀ ਨੂੰ ਐਡਵਾਂਸ ਕੀਤਾ ਹਾਲਾਂਕਿ ਹੁਣ ਵੀ ਬਹੁਤ ਸਾਰੇ ਹਸਪੀਟਲ ਜਿਹੜੇ ਨੇ ਉਹ ਸੈਮੀ ਰੋਬੋਟਿਕ ਸਰਜਰੀ ਕਰ ਰਹੇ ਨੇ ਪਰ ਤੁਸੀਂ ਫੁੱਲੀ ਐਕਟਿਵ ਰੋਬੋਟ ਲੈ ਕੇ ਆਏ
ਦੇਖੋ ਸੈਮੀ ਐਕਟਿਵ ਰੋਬੋਟਿਕ ਸਰਜਰੀ ਕਰਨ ਵਾਲੇ ਹਸਪੀਟਲਸ ਵੀ ਇੱਕ ਹੱਥ ਦੀ ਉਂਗਲਾਂ ਤੇ ਗਿਣਤੀ ਕਰ ਸਕਦੇ ਆ। ਤਾਂ ਮਤਲਬ ਜੇ ਓਵਰਆਲ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਦੇਰ ਆਰ ਨਾਟ ਮੋਰ ਦੈਨ 8 to 10 ਹਸਪੀਟਲਸ ਜਿਹੜੇ ਕਿਸੇ ਵੀ ਤਰ੍ਹਾਂ ਦੀ ਰੋਬੋਟਿਕ ਸਰਜਰੀ ਕਰ ਰਹੇ ਨੇ ਤੇ ਉਹਦੇ ਵਿੱਚੋਂ ਜਿਹੜੇ ਵੀ ਸਾਰੇ ਹੈਗੇ ਨੇ ਦੇ ਆਰ ਆਲ ਸੈਮੀ ਐਕਟਿਵ ਰੋਬੋਟਸ। ਓਕੇ, ਤੇ ਜਿਵੇਂ ਰੋਬੋਟਿਕ ਸਰਜਰੀ ਹੈਗੀ ਹੈ ਫੁੱਲੀ ਐਕਟਿਵ ਰੋਬੋਟਿਕ ਸਰਜਰੀ, ਉਹ ਆਈ ਐਮ ਵੈਰੀ ਹੈਪੀ ਟੂ ਸੇ ਕਿ ਨਾਗਪਾਲ ਹਸਪੀਟਲ ਬਠਿੰਡਾ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਫੁੱਲੀ ਐਕਟਿਵ ਸਰਜਰੀਜ਼ ਕੀਤੀਆਂ ਨੇ। ਤੇ ਕਹਿ ਲਓ ਆਲ ਓਵਰ ਇੰਡੀਆ we are the ones which completed fastest 50 surgeries and ਮੈਨੂੰ ਲੱਗਦਾ 100 ਵੀ ਅਸੀਂ ਸਭ ਤੋਂ ਪਹਿਲੇ ਕੰਪਲੀਟ ਕੀਤੀਆਂ ਹੈਗੀਆਂ ਨੇ। ਤਾਂ ਉਹ ਜਸਟ ਬਿਕੋਜ਼ ਪੇਸ਼ੈਂਟਸ ਨੂੰ ਅਸੀਂ ਕਹਿ ਲਓ ਨਾ ਇਸ ਜਿਹੜੀ ਵਰਲਡ ਪ੍ਰਸਿੱਧ ਟੈਕਨੀਕ ਇੱਕ ਬਹੁਤ ਇਕਨੋਮਿਕਲ ਰੇਟ ਤੇ ਦੇ ਰਹੇ ਹੈਗੇ ਆ। ਦੈਟ ਇਜ਼ ਵਾਈ ਇੰਨੇ ਨੰਬਰਸ ਦੇ ਵਿੱਚ ਅਸੀਂ ਕਹਿ ਲਓ 2 ਮਹੀਨੇ ਦੇ ਵਿੱਚ ਅਸੀਂ 100 ਕ੍ਰੋਸ ਕੀਤਾ ਹੈਗਾ। ਦੈਟ ਇਜ਼ ਜਸਟ ਬਿਕੋਜ਼ ਪੇਸ਼ੈਂਟ ਦੀ ਸਾਨੂੰ ਸਪੋਰਟ ਹੈ, ਸਾਡੇ ਰਿਜ਼ਲਟਸ ਅੱਛੇ ਹੈਗੇ ਨੇ ਐਂਡ ਅਸੀਂ ਬਹੁਤ ਜ਼ਿਆਦਾ ਰਸ਼ ਵੀ ਨਹੀਂ ਕ੍ਰੀਏਟ ਕਰ ਰਹੇ। ਅਸੀਂ ਕਹਿ ਲਓ ਨਾ ਰੋਬੋਟਿਕ ਸਰਜਰੀ ਜਿਵੇਂ ਕਰ ਰਹੇ ਹਾਂ ਤਾਂ ਦਿਨ ਦੀਆਂ 4-6 ਇੰਨੀ ਇੱਕ ਸਰਜਰੀਜ਼ ਕਰ ਰਹੇ ਹਾਂ। ਵੀ ਆਰ ਮਤਲਬ ਉਹ ਹੈ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਬਹੁਤ ਜ਼ਿਆਦਾ ਅਸੀਂ ਲੋਡ ਲਈਏ ਕਿ ਕੁਆਲਿਟੀ ਆਫ ਵਰਕ ਘਟੇ, ਬਟ ਕੌਨਸਟੈਂਟਲੀ ਆਪਾਂ ਕਹਿ ਲਓ ਨਾ ਕਰ ਰਹੇ ਹੈਗੇ ਤਾਂ ਕਿ ਰਸ਼ ਵੀ ਬਹੁਤ ਜ਼ਿਆਦਾ ਨਾ ਹੋਏ, ਪੇਸ਼ੈਂਟ ਦੀ ਕੇਅਰ ਦੇ ਵਿੱਚ ਵੀ ਨਾ ਹੋਵੇ। ਵੀ ਕੈਨ ਸਲੋਲੀ ਡੂ, ਬਟ ਜਿਨ੍ਹਾਂ ਨਾਲ ਵੀ ਆਪਾਂ ਕਰੀਏ ਕੁਆਲਿਟੀ ਕੰਪਰੋਮਾਈਜ਼ ਕੀਤੇ ਬਿਨਾ, ਪਰਫੈਕਟ ਕਹਿ ਲਓ ਨਾ ਮਾਈਂਡ ਸੈਟ ਦੇ ਵਿੱਚ ਬਿਨਾ ਥਕਾਵਟ ਦੇ। ਬਿਕੋਜ਼ ਜੇ ਸਰਜਨ ਦਾ ਮਾਈਂਡ ਥੱਕਾ ਹੋਵੇ ਤਾਂ ਸਰਜਰੀ ਦੇ ਵਿੱਚ ਰੋਬੋਟਿਕ ਦੇ ਵਿੱਚ ਵੀ ਕਿਉਂਕਿ ਰੋਬੋਟਿਕ ਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਰੋਬੋਟ ਸਾਰਾ ਕੁਝ ਕਰ ਰਿਹਾ ਹੈ, ਬਟ ਸਰਜਨ ਦੀ ਇਨਵੋਲਵਮੈਂਟ ਪਹਿਲੇ ਤੋਂ ਵੀ ਜ਼ਿਆਦਾ ਹੋ ਗਈ ਹੈ। ਆਪਾਂ ਇਹ ਵੀ ਪੇਸ਼ੈਂਟਸ ਨੂੰ ਦਿਖਾਵਾਂਗੇ ਕਿ ਕੰਪਿਊਟਰ ਦੇ ਵਿੱਚ ਪ੍ਰੀ ਪਲੈਨਿੰਗ ਕਿਵੇਂ ਕਰਦੇ ਆ, ਆਪਰੇਟ ਦੇ ਦੁਆਰਾ ਜਦੋਂ ਆਪਾਂ ਕਰ ਰਹੇ ਹੁੰਦੇ ਆ ਤਾਂ ਸਕਰੀਨ ਦੇ ਵਿੱਚ ਕਿਵੇਂ ਸਾਨੂੰ ਸਾਰੀਆਂ ਇਮੇजेस ਮਿਲਦੀਆਂ ਨੇ ਜਿਹਦੇ ਵਿੱਚ ਕਿ ਅਸੀਂ ਬੈਲੈਂਸ ਨੂੰ ਐਕੂਰੇਟਲੀ ਕਰ ਸਕਦੇ ਹਾਂ। ਤਾਂ ਆਪਾਂ ਨੂੰ ਇਨਫੋਰਮੇਸ਼ਨ ਪਹਿਲੇ ਨਾਲੋਂ ਜ਼ਿਆਦਾ ਮਿਲ ਰਹੀ ਹੈ। ਤਾਂ ਇੱਕ ਜਿਹੜਾ ਇੱਕ ਨੇਕਡ ਹਿਊਮਨ ਆਈ ਨਾਲ ਆਪਾਂ ਦੇਖ ਸਕਦੇ ਹਾਂ, ਉਹਦੇ ਨਾਲੋਂ ਇੱਕ ਰੋਬੋਟ ਦੇ ਥਰੂ ਜਦੋਂ ਅਸੀਂ ਕਰਦੇ ਹਾਂ ਤਾਂ ਸਾਨੂੰ ਕਹਿ ਲਓ ਉਸ ਤੋਂ 20 ਟਾਈਮ ਜ਼ਿਆਦਾ ਇਨਫੋਰਮੇਸ਼ਨ ਮਿਲ ਰਹੀ ਹੈ ਅਬਾਊਟ ਦਾ ਲੈਗ ਅਲਾਈਨਮੈਂਟ। ਤਾਂ ਉਹਨੂੰ ਅਸੀਂ ਕਿਸ ਤਰੀਕੇ ਨਾਲ ਯੂਜ਼ ਕਰਦੇ ਹੈਗੇ ਆ, ਸਾਡੇ ਕੋਲ ਬਹੁਤ ਵੇਰੀਏਸ਼ਨਸ ਨੇ। ਅਸੀਂ 10 to 15 ਡਿਫਰੈਂਟ ਐਂਗਲਸ ਦੇ ਵਿੱਚ ਪਲੇ ਕਰ ਸਕਦੇ ਹਾਂ ਜਿਹਦੇ ਨਾਲ ਕਿ ਅਸੀਂ ਮਸਲਸ ਨੂੰ ਚੀਰ-ਫਾੜ ਕੀਤੇ ਬਿਨਾ ਗੋਡੇ ਦੇ ਜਿਹੜੇ ਗੈਪਸ ਨੂੰ ਅਸੀਂ ਪਰਫੈਕਟਲੀ ਬੈਲੈਂਸ ਕਰ ਪਾਉਂਦੇ ਹਾਂ ਤੇ 1-1 ਮਿਲੀਮੀਟਰ ਤੱਕ ਦੇਖ ਕੇ ਬੈਲੈਂਸ ਕਰ ਪਾਉਂਦੇ ਹਾਂ, ਜੋ ਕਿ ਅਸੀਂ ਪਹਿਲੇ ਹਿਸਾਬ ਨਾਲ ਕਰ ਰਹੇ ਸੀਗੇ। ਉਹ ਹਿਸਾਬ ਐਕਸਪੀਰੀਅੰਸ ਨਾਲ ਆ ਜਾਂਦਾ ਹੈਗਾ, ਬਟ ਸਟਿਲ ਕਹਿ ਲਓ ਨਾ 100 ਦੇ ਵਿੱਚੋਂ 4 ਜਾਂ 5 ਕੇਸ ਐਸੇ ਨਿਕਲਦੇ ਸੀਗੇ ਜਿਹਦੇ ਵਿੱਚ ਕਿ 1-2 mm ਉੱਪਰ ਥੱਲੇ ਹੋਣ ਦੇ ਚਾਂਸਸ ਹੁੰਦੇ ਸੀਗੇ। ਬਟ ਵਿਦ ਦਿਸ ਰੋਬੋਟਿਕ ਟੈਕਨੋਲੋਜੀ ਆਈ ਐਮ ਵੈਰੀ ਹੈਪੀ ਟੂ ਸੇ ਕਿ ਜਿਸ ਮਨਸ਼ਾ ਨਾਲ ਅਸੀਂ ਲੈ ਕੇ ਆਏ ਸੀਗੇ ਕਿ ਅਸੀਂ ਉਸ 95% ਰਿਜ਼ਲਟਸ ਨੂੰ 99 ਜਾਂ 100 ਤੇ ਕਿਵੇਂ ਲੈ ਕੇ ਜਾਣਾ ਹੈ, ਤੇ ਇਹਨਾਂ 100 ਕੇਸਿਸ ਦੇ ਵਿੱਚ ਅਸੀਂ ਇਹ ਦੇਖਿਆ ਹੈਗਾ ਕਿ ਅਸੀਂ ਉਸ 95 ਨੂੰ 100 ਤੇ ਲੈ ਜਾ ਪਾਏ ਆ ਤੇ ਹਰ ਇੱਕ ਪੇਸ਼ੈਂਟ ਦੇ ਵਿੱਚ ਅਸੀਂ ਇੱਕ ਪਰਫੈਕਟ ਬੈਲੈਂਸ ਦੇ ਪਾਏ ਆ ਜਿਹਦੇ ਨਾਲ ਕਿ ਪੇਸ਼ੈਂਟਸ ਨੂੰ ਰਿਕਵਰੀ ਵੀ ਫਾਸਟਰ ਹੋਏਗੀ, ਗੋਡਾ ਵੀ ਲੰਬਾ ਚੱਲੇਗਾ ਤੇ ਹੀਲਿੰਗ ਵੀ ਉਹਨਾਂ ਦੀ ਫਾਸਟਰ ਹੋਏਗੀ। ਸੋ ਐਜ਼ ਆਈ ਸੈਡ ਕਿ ਜਿਹੜਾ ਨੰਬਰਸ ਆਫ ਪੀਪਲ ਦੇ ਵਿੱਚ ਇੱਥੇ ਉਹ ਬਿਲੀਵ ਨਹੀਂ ਕੀਤਾ ਜਾਂਦਾ ਕਿ ਪੇਸ਼ੈਂਟਸ ਜ਼ਿਆਦਾ ਹੋਣ, ਸਕਸੈਸ ਰੇਟ ਕਿੰਨਾ ਹੈ ਇਸ ਦੇ ਉੱਤੇ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹੀ ਆਪਣੀ ਸਕਸੈਸ ਹੁੰਦੀ ਹੈ ਜਦੋਂ ਜਿਹੜੇ ਪੇਸ਼ੈਂਟਸ ਨੇ ਉਹ ਸੈਟੀਸਫਾਈ ਹੋ ਕੇ ਜਾਂਦੇ ਨੇ। ਡਾਕਟਰ ਸਾਹਿਬ ਜਦੋਂ ਤੁਸੀਂ ਇਹ ਵਰਡ ਯੂਜ਼ ਕਰ ਰਹੇ ਸੀ ਨਾ ਚੀਰ-ਫਾੜ, ਮੈਂ ਇਹ ਸੋਚ ਰਿਹਾ ਸੀ ਕਿ ਇਹੀ ਉਹ ਚੀਜ਼ ਹੈ ਜਿਸ ਤੋਂ ਨਾ ਲੋਕੀ ਡਰ ਜਾਂਦੇ ਨੇ। ਤਾਂ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਬਹੁਤ ਡਰ ਹੁੰਦਾ ਹੈ। ਏਜ ਦੇ ਨਾਲ ਕਈ ਕੰਪਲਿਕੇਸ਼ਨਸ ਵੀ ਹੁੰਦੀਆਂ ਨੇ, ਜਿਵੇਂ ਕਈਆਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਕਈਆਂ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ, BP ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਦੇ ਲਈ ਇਹ ਵੀ ਡਰ ਹੁੰਦਾ ਤੇ ਚੀਰ-ਫਾੜ ਵਾਲਾ ਵੀ ਜਿਹੜਾ ਡਰ ਹੈ। ਸੋ ਮੈਂ ਚਾਹਾਂਗਾ ਕਿ ਇੱਕ ਨਾਰਮਲ ਸਰਜਰੀ ਦੇ ਵਿੱਚ ਤੇ ਫੁੱਲੀ ਰੋਬੋਟਿਕ ਜਿਹੜੀ ਐਕਟਿਵ ਸਰਜਰੀ ਤੁਸੀਂ ਕਰਦੇ ਹੋ ਇਹਦੇ ਵਿੱਚ ਦੋਨਾਂ 'ਚ ਡਿਫਰੈਂਸ ਕੀ ਹੈਗਾ ਉਹ ਪੁਆਇੰਟ ਵਾਈਜ਼ ਜਿਹੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ। ਜੀ ਦੇਖੋ ਮੈਨੂਅਲ ਸਰਜਰੀ ਤੇ ਰੋਬੋਟਿਕ ਸਰਜਰੀ ਜਿਹੜੀ ਫੁੱਲੀ ਐਕਟਿਵ ਸਰਜਰੀ ਹੈ ਉਹਦੇ ਵਿੱਚ ਕਾਫੀ ਡਿਫਰੈਂਸਿਸ ਨੇ। ਪਲੱਸ ਜਿਹੜੀ ਤੀਸਰੀ ਗੱਲ ਤੁਸੀਂ ਨਾਲ ਛੇੜੀ ਹੈ ਕਿ ਮਨ ਦੇ ਡਰ। ਤਾਂ ਆਪਾਂ ਪਹਿਲੇ ਜਿਹੜੇ ਪੇਸ਼ੈਂਟਸ ਦੇ ਮਨਾਂ ਦੇ ਡਰ ਨੇ ਉਹਨਾਂ ਨੂੰ ਵੀ ਇੱਕ ਵਾਰੀ ਟੱਚ ਅਪ ਕਰ ਲੈਂਦੇ ਹੈਗੇ ਤੇ ਫਿਰ ਆਪਾਂ ਜਿਵੇਂ ਟੈਕਨੀਕਲ ਪਾਰਟ ਹੈ ਉਹਦੇ ਤੇ ਨਾਲ ਡਿਸਕਸ ਕਰਦੇ। ਜਿਹੜੇ ਲੋਕ ਕਈ ਵਾਰ ਸਾਡੇ ਕੋਲ ਪਹੁੰਚਦੇ ਨੇ ਕਈਆਂ ਦੇ ਡਰ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਜੀ ਆਪਰੇਸ਼ਨ ਦਾ ਨਾਮ ਹੀ ਡਰਾਉਣ ਵਾਲਾ ਹੈਗਾ। ਸਾਰੇ ਚਾਹੁੰਦੇ ਨੇ ਇਨਕਲੂਡਿੰਗ ਮੀ, ਜੇ ਮੇਰੇ ਵੀ ਕਿਤੇ ਸੱਟ ਲੱਗਦੀ ਹੈ ਤਾਂ ਸਾਡਾ ਵੀ ਮਨ 'ਚ ਇਹੀ ਹੁੰਦਾ ਕਿ ਜੀ ਆਪਰੇਸ਼ਨ ਨਾ ਕਰਨਾ ਪਵੇ। ਬਟ ਅਨਫੋਰਚੂਨੇਟਲੀ ਜਦੋਂ ਗੋਡੇ ਦੀ ਘਸਾਵਟ ਹੋ ਜਾਂਦੀ ਹੈ, ਗਰੀਸ ਖਤਮ ਹੋ ਜਾਂਦੀ ਹੈ, ਹੱਡੀ ਨਾਲ ਲੱਗਦੀ ਹੈ, ਲੱਤਾਂ ਟੇਢੀਆਂ ਹੋਣੀਆਂ ਸ਼ੁਰੂ ਕਰ ਦਿੰਦੀਆਂ ਨੇ ਤੇ ਪੇਸ਼ੈਂਟਸ ਨੂੰ ਲਗਾਤਾਰ ਦਰਦ ਦੀ ਗੋਲੀਆਂ ਲੈਣੀਆਂ ਪੈਂਦੀਆਂ ਨੇ। ਦੈਟ ਇਜ਼ ਅ ਸਟੇਜ ਜਦੋਂ ਸਾਨੂੰ ਆਪਰੇਸ਼ਨ ਕਰਨਾ ਹੀ ਪੈਂਦਾ। ਠੀਕ ਹੈ, ਲੋਕਾਂ ਨੂੰ ਇਹ ਡਰ ਜ਼ਰੂਰ ਹੁੰਦੇ ਨੇ ਕਿ ਇੱਕ ਤਾਂ ਜੀ ਦਰਦ ਬਹੁਤ ਹੋਊਗੀ। ਤਾਂ ਖੁਸ਼ੀ ਦੀ ਗੱਲ ਹੈ ਕਿ ਹੁਣ ਦਰਦ ਕਹਿ ਲਓ ਤਾਂ ਬਹੁਤ ਹੀ ਮੈਨੇਜੇਬਲ ਲੈਵਲ ਤੇ ਪਹੁੰਚ ਗਿਆ। ਕਈ ਪੇਸ਼ੈਂਟਸ ਨੂੰ ਤਾਂ ਦਰਦ ਬਿਲਕੁਲ ਮਹਿਸੂਸ ਨਹੀਂ ਹੁੰਦਾ ਜਦੋਂ ਅਸੀਂ ਟੈਕਨੀਕ ਰੋਬੋਟਿਕ ਯੂਜ਼ ਕਰਦੇ ਹਾਂ। ਤਾਂ ਪੇਸ਼ੈਂਟ ਜਿਵੇਂ ਸਾਡੇ ਕੋਲ ਆਉਂਦੇ ਨੇ ਖੁਸ਼ੀ ਕਹਿ ਕੇ ਜਾਂਦੇ ਨੇ ਜੀ ਕਿ ਸਾਨੂੰ ਭੋਰਾ ਵੀ ਦਰਦ ਮਹਿਸੂਸ ਨਹੀਂ ਹੋਇਆ। ਦੂਸਰਾ ਡਰ ਹੁੰਦਾ ਕਿ ਜੀ ਸਾਨੂੰ ਮੰਜੇ ਤੇ ਨਾ ਪਈ ਰਹਿ ਜੀ, ਹੁਣ ਤਾਂ ਅਸੀਂ ਮਾੜਾ ਮੋਟਾ ਤੁਰੇ ਫਿਰਦੇ ਹਾਂ, ਬਾਅਦ ਦੇ ਵਿੱਚ ਜਮਾ ਹੀ ਮੰਜੇ ਤੇ। ਬਟ ਇਹ ਵਾਲਾ ਤਾਂ ਕਹਿ ਲਓ ਜਦੋਂ ਦੀ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਉਦੋਂ ਦੀ ਕੋਈ ਨਹੀਂ ਹੋਇਆ ਇਹੋ ਜਿਹਾ ਮਰੀਜ਼ ਕਿ ਜੋ ਆਇਆ ਹੋਵੇ ਤੁਰਦਾ ਤੇ ਤੁਰਦਾ ਨਾ ਗਿਆ ਹੋਵੇ।
ਸਗੋਂ ਜਿਹੜੇ ਵੀਲ ਚੇਅਰ ਤੇ ਆਉਂਦੇ ਨੇ ਉਹ ਤੁਰਦੇ ਫਿਰਦੇ ਐਕਟਿਵਲੀ ਜਾਂਦੇ ਹੈਗੇ ਨੇ। ਤਾਂ ਇਹ ਵਾਲਾ ਵੀ ਡਰ ਲੋਕਾਂ ਦਾ ਹੁਣ ਖਤਮ ਹੋ ਰਿਹਾ ਹੈ। ਤਾਂ ਹੀ ਨੰਬਰ ਆਫ ਸਰਜਰੀਜ਼ ਵੱਧ ਰਹੀਆਂ ਬਿਕੋਜ਼ ਲੋਕਾਂ ਦਾ ਵਿਸ਼ਵਾਸ ਇਸ ਆਪਰੇਸ਼ਨ 'ਚ ਬਣ ਗਿਆ। ਜਿਹੜੇ ਕਰਾ ਕੇ ਗਏ ਨੇ ਉਹਨਾਂ ਨੇ ਜਾ ਕੇ ਆਪਣੇ ਰਿਸ਼ਤੇਦਾਰਾਂ ਆਪਣੇ ਪਿੰਡਾਂ ਸਭ ਨੂੰ ਦੱਸਿਆ ਕਿ ਜੀ ਐਕਚੁਅਲੀ ਅਸੀਂ ਪਹਿਲੇ ਡਰਦੇ ਨਰਕ ਭੋਗ ਰਹੇ ਸੀਗੇ। ਜਿਹੜੀ ਇਹ ਕਹਿੰਦੇ ਨਾ ਇਹੀ ਲੈਂਗੁਏਜ ਪੇਸ਼ੈਂਟ ਬੋਲ ਕੇ ਜਾਂਦਾ ਕਿ ਜੀ ਅਸੀਂ ਆਪਣੀ ਜ਼ਿੰਦਗੀ ਨਰਕ ਵਾਂਗੂ ਜੀ ਰਹੇ ਸੀਗੇ, ਹੁਣ ਅਸੀਂ ਆਪਰੇਸ਼ਨ ਤਾਂ ਹੀ ਇੰਨਾ ਲੇਟ ਕੀਤਾ। ਤੇ ਜੇ ਇੰਨਾ ਸਾਨੂੰ ਪਤਾ ਹੁੰਦਾ ਕਿ ਇੰਨਾ ਸੌਖਾ ਹੈ ਕਿ ਆਪਰੇਸ਼ਨ ਤੋਂ ਦੂਜੇ ਦਿਨ ਅਸੀਂ ਤੁਰਨ ਲੱਗ ਜਾਣਾ ਹੈ, ਆਪਣਾ ਗੋਡੇ ਮੋੜਨ ਲੱਗ ਜਾਂਦਾ, ਤਾਂ ਅਸੀਂ ਇੰਨੇ ਦੇਰ ਹੀ ਇੰਨਾ ਦੁਖੀ ਰਹੇ। ਤਾਂ ਇਹ ਵਾਲਾ ਵੀ ਡਰ ਹੁਣ ਨਹੀਂ ਹੈਗਾ ਕਿ ਮੰਜੇ ਤੇ ਪਏ ਰਹਿ ਜਾਗੇ, ਨਾ ਹੀ ਕੋਈ ਬੈੱਡ ਰੈਸਟ ਹੈ। ਆਪਰੇਸ਼ਨ ਕਰਦੇ ਆ ਅਗਲੇ ਦਿਨ ਤੁਰਨਾ ਫਿਰਨਾ ਸ਼ੁਰੂ ਹੋ ਜਾਂਦਾ ਹੈ, ਦਰਦ ਵੀ ਬਹੁਤ ਮੈਨੇਜੇਬਲ ਹੈ, ਤਾਂ ਹੀ ਪੇਸ਼ੈਂਟ ਅਗਲੇ ਦਿਨ ਤੁਰਨ ਫਿਰਨ ਲੱਗ ਜਾਂਦੇ ਨੇ। ਤਾਂ ਡਰ ਵਾਲੀ ਗੱਲ ਤਾਂ ਦਰਦ ਵਾਲੀ ਤੇ ਮੰਜੇ ਤੇ ਪੈਣ ਵਾਲੀ ਦੋ ਹੀ ਨੇ। ਤੇ ਉਸ ਤੋਂ ਬਾਅਦ ਹੁਣ ਆਪਾਂ ਟੈਕਨੀਕਲ ਜੇ ਗੱਲ ਕਰੀਏ, ਟੈਕਨੀਕਲੀ ਜਿਹੜੀ ਮੈਨੂਅਲ ਟੈਕਨੀਕ ਹੈ ਉਹਦੇ ਵਿੱਚ ਜਦੋਂ ਆਪਾਂ ਆਪਰੇਟ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਜਦੋਂ ਆਪਾਂ ਮਸਲ ਨੂੰ ਓਪਨ ਅਪ ਕਰਦੇ ਹੈਗੇ ਆ ਤਾਂ ਉੱਥੇ ਚੀਰ ਫੜ ਵੱਧ ਹੁੰਦੀ ਹੈ। ਦੈਨ ਜਦੋਂ ਅਸੀਂ ਕਹਿ ਲਓ ਨਾ ਗੋਡੇ ਦਾ ਆਪਰੇਸ਼ਨ ਸ਼ੁਰੂ ਕਰਨਾ ਹੁੰਦਾ ਤਾਂ ਤੁਹਾਨੂੰ ਗੋਡੇ ਨੂੰ ਡਿਸਲੋਕੇਟ ਕਰਨਾ ਪੈਂਦਾ ਹੈਗਾ, ਥੱਲੜੀ ਹੱਡੀ ਨੂੰ ਖਿੱਚ ਕੇ ਬਾਹਰ ਕੱਢਣਾ ਪੈਂਦਾ ਹੈਗਾ ਤਾਂ ਕਿ ਆਪਾਂ ਉਹਨੂੰ ਪ੍ਰੋਪਰਲੀ ਦੇਖ ਕੇ ਉਹਦੀ ਬੋਨ ਰਿਮੂਵ ਕਰ ਪਾਈਏ, ਜੋ ਕਿ ਬਹੁਤ ਹੀ ਟਰੋਮੈਟਿਕ ਇੱਕ ਤਰ੍ਹਾਂ ਦਾ ਹੁੰਦਾ, ਜ਼ੋਰ ਲਗਾ ਕੇ ਕਰਨਾ ਪੈਂਦਾ। ਤੇ ਆਸ-ਪਾਸ ਜਿਹੜੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਕਾਫੀ ਚੀਰ ਫੜ ਹੁੰਦੀ ਹੈ, ਧੱਕਾ ਮੁੱਕੀ ਹੁੰਦੀ ਹੈ। ਵਿਦ ਰੋਬੋਟਿਕ ਸਰਜਰੀ ਉਹ ਸਾਰਾ ਕਹਿ ਲਓ ਨਾ ਧੱਕਾ ਮੁੱਕੀ ਬੰਦ ਹੋ ਗਈ ਹੈ। ਜੇ ਇਹ ਨੈਚੁਰਲ ਪੋਜੀਸ਼ਨ 'ਚ ਗੋਡਾ ਪਿਆ ਉਸੇ ਦੇ ਵਿੱਚ ਪਏ ਹੋਏ ਇਸੇ ਪੋਜੀਸ਼ਨ ਦੇ ਵਿੱਚ ਹੀ ਸਾਰੀ ਬੋਨ ਰਿਮੂਵ ਕਰ ਦਿੰਦੇ ਆ ਰੋਬੋਟ। ਇਹ ਤਾਂ ਬਹੁਤ ਵੱਡਾ ਪਲੱਸ ਪੁਆਇੰਟ ਹੈ, ਮੇਜਰ ਪਲੱਸ ਪੁਆਇੰਟ, ਕਿਉਂਕਿ ਕਈ ਵਾਰ ਉਹਨੂੰ ਬਾਹਰ ਕੱਢਦੇ ਹੀ ਕਈ ਵਾਰ ਕੋਈ ਲਿਗਾਮੈਂਟ ਓਵਰ ਸਟ੍ਰੈਚ ਹੋ ਜਾਂਦਾ ਹੈ, ਇਸ ਦੀ ਬੋਨ ਵੀਕ ਹੁੰਦੀ ਹੈ, ਉਹ ਟੁੱਟ ਸਕਦੀ ਹੈਗੀ। ਤਾਂ ਇੱਕ ਕਹਿ ਲਓ ਨਾ ਨੈਚੁਰਲ ਪੋਜੀਸ਼ਨ ਦੇ ਵਿੱਚ ਆਪਾਂ ਕਰ ਰਹੇ ਹਾਂ, ਜਿਹਦੇ ਨਾਲ ਕਿ ਆਸ-ਪਾਸ ਦੇ ਸੌਫਟ ਟਿਸ਼ੂਜ਼, ਪਤਾ ਕੀ ਹੈ ਸ਼ੁਰੂ 'ਚ ਨੀ ਰਿਪਲੇਸਮੈਂਟ ਨੂੰ ਇੱਕ ਹੱਡੀ ਵਾਲਾ ਪ੍ਰੋਸੀਜਰ ਕਹਿੰਦਾ ਸੀਗਾ ਜਿਹਦੇ 'ਚ ਮਾਸ ਨੂੰ ਕੋਈ ਛੇੜਛਾੜ ਨਹੀਂ ਸੀ। ਜਿਵੇਂ ਜਿਵੇਂ ਇਸ ਆਪਰੇਸ਼ਨ ਦੀ ਸਮਝ ਵਧੀ ਹੈਗੀ ਹੈ, ਸਭ ਨੂੰ ਇਹ ਸਮਝ ਆ ਗਿਆ ਕਿ ਇੱਕ ਹੱਡੀ ਇੱਕ ਪਾਰਟ ਹੈਗੀ ਹੈ, ਬਟ ਆਸ-ਪਾਸ ਦੇ ਮਾਸ ਨੂੰ ਜਿੰਨਾ ਪ੍ਰੀਜ਼ਰਵ ਕਰਾਂਗੇ, ਜਿੰਨਾ ਘੱਟ ਛੇੜਛਾੜ ਕਰਾਂਗੇ, ਓਨਾ ਹੀ ਗੋਡਾ ਜਲਦੀ ਰਿਕਵਰ ਕਰੂਗਾ, ਬਿਕੋਜ਼ ਜੁਆਇੰਟ ਦੀ ਮੂਵਮੈਂਟ ਜਾਂ ਉਹਦੀ ਸਟੇਬਿਲਿਟੀ ਲਿਗਾਮੈਂਟਸ ਤੇ ਮਸਲਸ ਤੇ ਹੀ ਡਿਪੈਂਡ ਕਰਦੀ ਹੈ। ਤੇ ਜਿਵੇਂ ਜਿਵੇਂ ਹੁਣ ਇਸ ਚੀਜ਼ ਦੀ ਸਮਝ ਵੱਧ ਰਹੀ ਹੈ ਤਾਂ ਲੋਕ ਉਸ ਬਾਰੇ ਜਾਣੂ ਹੋ ਰਹੇ ਨੇ ਕਿ ਇਹ ਨਹੀਂ ਕਿ ਆਪਾਂ ਬਸ ਅੰਦਰ ਜਾ ਕੇ ਚੀਰ-ਫਾੜ ਕਰਨੀ ਹੈ, ਇਹਨੂੰ ਜਿੰਨਾ ਆਪਾਂ ਜੈਂਟਲੀ ਹੈਂਡਲ ਕਰਾਂਗੇ ਇਹ ਉਹਨਾਂ ਹੀ ਪਿਆਰ ਨਾਲ ਵਾਪਸ ਪੇਸ਼ੈਂਟ ਨੂੰ ਰਿਸਪੌਂਸ ਦੇਗਾ। ਤੇ ਇਹਦੀ ਅੰਡਰਸਟੈਂਡਿੰਗ ਰੋਬੋਟਿਕ ਨਾਲ ਹੋਰ ਸੌਖੀ ਹੋ ਗਈ ਹੈ। ਆਪਾਂ 1-1 ਮਿਲੀਮੀਟਰ ਤੱਕ ਜਿਹੜੀ ਚੀਜ਼ ਨੂੰ ਬੈਲੈਂਸ ਕਰ ਪਾਉਂਦੇ ਹਾਂ ਬਿਕੋਜ਼ ਸਾਨੂੰ ਇੰਨੀ ਇਨਫੋਰਮੇਸ਼ਨ ਮਿਲ ਰਹੀ ਹੈ। ਤੇ ਅਸੀਂ ਹਰ ਚੀਜ਼ ਨੂੰ 1-1 ਡਿਗਰੀ ਤੱਕ ਉੱਥੇ ਦੇਖ ਕੇ ਚੇਂਜ ਵੀ ਕਰ ਸਕਦੇ ਹਾਂ। ਹਰ ਚੀਜ਼ ਨੂੰ ਵੇਰੀਏਸ਼ਨ ਕਿਸ ਐਂਗਲ ਤੋਂ ਆਉਣਾ ਹੈ। ਜਿਹੜਾ ਰੋਬੋਟ ਹੈ ਟੋਟਲੀ ਐਕਟਿਵ ਰੋਬੋਟ, ਇਹਦੇ ਵਿੱਚ 6 ਡਿਫਰੈਂਟ ਐਕਸਿਸ ਦੇ ਵਿੱਚ ਰੋਬੋਟਿਕ ਆਰਮ ਆਪਣੇ ਆਪ ਘੁੰਮ ਸਕਦੀ ਹੈ। ਤੇ ਫਾਇਦਾ ਕੀ ਹੈ, ਟੋਟਲ ਐਕਟਿਵ ਹੋਣ ਕਰਕੇ ਸਾਨੂੰ ਆਪ ਘੁਮਾਉਣੀ ਨਹੀਂ ਪੈ ਰਹੀ। ਉਹਦੇ ਅੰਦਰ ਪ੍ਰੋਗਰਾਮ ਇੰਨਾ ਸੋਹਣਾ ਫੀਡ ਹੈ ਕਿ ਜਿਵੇਂ ਆਪਾਂ ਆਪਰੇਟ ਕਰਨਾ ਜਦੋਂ ਫਾਈਨਲ ਪਲੈਨਿੰਗ ਕਰਕੇ ਅਸੀਂ ਆਰਡਰ ਦਿੰਦੇ ਹਾਂ ਰੋਬੋਟ ਨੂੰ ਕਿ ਉਹ ਬੋਨ ਰਿਮੂਵਲ ਕਰੇ, ਤਾਂ ਮਾਸਪੇਸ਼ੀ ਨੂੰ ਖਿੱਚ ਕੇ ਸਾਈਡ ਤੇ ਵੀ ਨਹੀਂ ਕਰਨਾ ਪੈਂਦਾ। ਉਹਦੇ ਅੰਦਰ ਇਹੋ ਜਿਹੀ ਪੋਜੀਸ਼ਨਿੰਗ ਫੈਡ ਹੈਗੀ ਹੈ ਕਿ ਜਿਹੜਾ ਸਾਈਡ ਤੇ ਲਿਗਾਮੈਂਟਸ ਨੇ ਉਹਦੇ ਨੇੜੇ ਵੀ ਨਹੀਂ ਜਾਂਦਾ, ਐਂਡ ਇਟ ਫੋਲੋਜ਼ ਅ ਸੇਫ ਪਾਥ ਜਿਹਦੇ ਵਿੱਚੋਂ ਦੀ ਜਾ ਕੇ ਉਹ ਸਾਰੀ ਬੋਨ ਰਿਮੂਵਲ ਕਰਕੇ ਆਉਂਦਾ। ਮਤਲਬ ਜਿੱਥੋਂ ਤੁਹਾਡਾ ਹੱਥ ਨਹੀਂ ਜਾ ਸਕਦਾ ਉੱਥੋਂ ਉਹਦਾ ਟੂਲ ਜਿਹੜਾ ਮਤਲਬ ਕਹਿੰਦਾ ਨਾ ਮਸਲ ਰਿਟਰੈਕਟ, ਮਤਲਬ ਖਿੱਚਣਾ ਵੀ ਨਹੀਂ ਪੈ ਰਿਹਾ ਹੈਗਾ ਜਿਹੜਾ ਕਿ ਨਾਰਮਲ ਸਰਜਰੀ 'ਚ ਕਰਨਾ ਪੈਂਦਾ। ਤਾਂ ਇਟ ਇਜ਼ ਵੈਰੀ ਜੈਂਟਲ ਔਨ ਦਾ ਸੌਫਟ ਟਿਸ਼ੂਜ਼, ਜਿਹਦੇ ਕਰਕੇ ਕਿ ਸਵੈਲਿੰਗ ਵੀ ਘੱਟ ਆਉਂਦੀ ਹੈ, ਪੇਨ ਵੀ ਘੱਟ ਹੁੰਦੀ ਹੈ ਤੇ ਪੇਸ਼ੈਂਟ ਦੀ ਇਸੇ ਕਰਕੇ ਰਿਕਵਰੀ ਫਾਸਟਰ ਹੈ। ਉਹਦੇ ਜਿਹੜੇ ਅੰਦਰ ਵਾਈਬ੍ਰੇਸ਼ਨ ਸੈਂਸਰਸ ਨੇ ਉਹਨਾਂ ਨੂੰ ਅਸੀਂ ਹਾਰਮ ਨਹੀਂ ਕਰ ਰਹੇ, ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਐਂ ਲੱਗ ਰਿਹਾ ਕਿ ਜਿਵੇਂ ਬਿਲਕੁਲ ਹੀ ਨਾਰਮਲ ਗੋਡਾ ਹੈਗਾ। ਸੋ ਇਹ ਬੜੀ ਸਿੰਪਲ ਸਮਝਣ ਵਾਲੀ ਗੱਲ ਹੈ ਕਿ ਜੇ ਤੁਹਾਡੇ ਗੋਡੇ ਦੇ ਨਾਲ ਜ਼ਿਆਦਾ ਛੇੜਛਾੜੀ ਨਹੀਂ ਹੋਈ, ਜੇ ਜ਼ਿਆਦਾ ਚੀਰ-ਫਾੜ ਨਹੀਂ ਹੋਈ, ਮਾਸਪੇਸ਼ੀਆਂ ਨੂੰ ਖਿੱਚਿਆ ਨਹੀਂ ਗਿਆ, ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ। ਤਾਂ ਜਦੋਂ ਨੁਕਸਾਨ ਨਹੀਂ ਹੋਇਆ ਤਾਂ ਉਹ ਰਿਕਵਰੀ ਵੀ ਜਿਹੜੀ ਹੈ ਕੁਇਕ ਹੋਏਗੀ, ਬਲੱਡ ਲਾਸ ਵੀ ਜਿਹੜਾ ਹੈਗਾ ਉਹ ਘੱਟ ਹੁੰਦਾ ਹੈ। ਸੋ ਇਸ ਤੋਂ ਇਲਾਵਾ ਜਿਹੜੀ ਅਸੀਂ ਗੱਲ ਕਰ ਰਹੇ ਸੀ ਵੀ ਹਾਰਟ ਪੇਸ਼ੈਂਟ ਹੈ ਕੋਈ ਜਾਂ ਸ਼ੂਗਰ ਦੇ ਨੇ ਮਰੀਜ਼, ਉਹਨਾਂ ਦੇ ਲਈ ਵੀ ਪੋਸੀਬਲ ਹੈ, ਕੋਈ ਦਿੱਕਤ ਨਹੀਂ ਹੈ। ਦੇਖੋ ਜਿਹੜੇ ਵੀ ਹਾਰਟ ਪੇਸ਼ੈਂਟਸ ਨੇ ਉਹਨਾਂ ਦੇ ਵਿੱਚ ਕੀ ਹੈ ਕਿ ਜਦੋਂ ਨਾਰਮਲ ਟੈਕਨੀਕ ਨਾਲ ਅਸੀਂ ਕਰਦੇ ਹਾਂ ਤਾਂ ਜਿਹੜੀ ਹਿਪ ਦੀ ਬੋਨ ਹੈਗੀ ਹੈ ਉਹਦੇ ਜਿਵੇਂ ਉੱਪਰ ਵਾਲੇ ਪਾਰਟ ਦੇ ਵਿੱਚ ਇੱਕ ਇੱਥੇ ਸੈਂਟਰ ਦੇ ਵਿੱਚ ਬੋਨ ਦੇ ਵਿੱਚ ਮੋਰੀ ਕਰਕੇ ਇਹਦੇ ਵਿੱਚ ਇੱਕ ਰੋਡ ਪਾ ਕੇ ਉਹਦੀ ਅਲਾਈਨਮੈਂਟ ਚੈੱਕ ਕੀਤੀ ਜਾਂਦੀ ਹੈ। ਜਿਹਦੇ ਨਾਲ ਕਿ ਆਪਾਂ ਬੋਨ ਨੂੰ ਕਿਸ ਐਂਗਲ ਤੇ ਕੱਟ ਲਾਣਾ ਉਹ ਪਤਾ ਲੱਗੇ। ਇਹ ਨਾਰਮਲ ਵਾਲੇ ਚ ਹੈ। ਰੋਬੋਟਿਕ ਦੇ ਵਿੱਚ ਬਿਕੋਜ਼ ਹਿਪ ਤੋਂ ਲੈ ਕੇ ਐਂਕਲ ਤੱਕ ਸਾਰੀ ਅਲਾਈਨਮੈਂਟ ਆਪਣੀ ਆਲਰੇਡੀ ਫੈਡ ਹੈਗੀ ਹੈ, ਤੇ ਇਹ ਵਾਲੀ ਐਕਸਟਰਾ ਜਿਹੜੀ ਟਰਾਮਾ ਕਰਨ ਦੀ, ਬੋਨ ਦੇ ਵਿੱਚ ਮੋਰੀ ਕਰਨ ਦੀ, ਉਹਦੇ ਵਿੱਚੋਂ ਦੀ ਕਈ ਵਾਰ ਫੈਟ ਨਿਕਲ ਕੇ ਕਹਿ ਲਓ ਨਾ ਕਲੌਟ ਨਿਕਲ ਕੇ ਹਾਰਟ ਦੇ ਵਿੱਚ ਜਾਂ ਬ੍ਰੇਨ ਦੇ ਵਿੱਚ ਜਾ ਕੇ ਲਾਈਫ ਥ੍ਰੈਟ ਕਰ ਸਕਦਾ ਹੈ। ਤਾਂ ਰੋਬੋਟਿਕ ਦੇ ਵਿੱਚ ਉਹ ਚੀਜ਼ ਵੀ ਨਹੀਂ ਕਰਨੀ ਪੈਂਦੀ, ਤਾਂ ਉਹ ਵਾਲੇ ਕਹਿ ਲਓ ਰਿਸਕਸ ਵੀ ਘੱਟ ਰਹੇ ਨੇ। ਤਾਂ ਹਾਰਟ ਪੇਸ਼ੈਂਟਸ ਦੇ ਵਿੱਚ ਅਸੀਂ ਕਰ ਪਾਉਂਦੇ ਹੈਗੇ ਆ, ਬਟ ਸਟਿਲ ਕਹਿ ਲਓ ਨਾ ਜੇ ਇਫ ਦ ਪੇਸ਼ੈਂਟ ਇਜ਼ 75 ਉਹਦੀ ਪੰਪਿੰਗ ਕੁਝ ਘੱਟ ਹੈ ਤਾਂ ਇਹ ਮੈਂ ਨਹੀਂ ਕਹੂੰਗਾ ਕਿ ਇਟ ਇਜ਼ ਟੋਟਲੀ ਰਿਸਕ ਫਰੀ, ਬਟ ਇੱਕ ਮੈਨੂਅਲ ਟੈਕਨੀਕ ਨਾਲੋਂ ਇਸ ਸਰਜਰੀ ਦੇ ਵਿੱਚ ਰਿਸਕ ਘੱਟ ਜਾਂਦਾ ਹੈਗਾ ਬਿਕੋਜ਼ ਆਪਾਂ ਬੋਡੀ ਨੂੰ ਸਟ੍ਰੈਸ ਘੱਟ ਦੇ ਰਹੇ ਹੈਗੇ ਆ। ਸ਼ੂਗਰ ਪੇਸ਼ੈਂਟਸ ਦੀ ਜੇ ਸ਼ੂਗਰ ਕੰਟਰੋਲਡ ਹੈ 150 ਤੋਂ ਘੱਟ ਹੈਗੀ ਹੈ
ਤਾਂ ਵੀ ਉਹਨਾਂ ਦੇ ਵਿੱਚ ਕਹਿ ਲਓ ਬਹੁਤ ਜ਼ਿਆਦਾ ਇਸ਼ੂਜ਼ ਨਹੀਂ ਆਉਂਦੇ। ਦੇ ਆਲਸੋ ਬਿਹੇਵ ਲਾਈਕ ਅ ਨਾਰਮਲ ਪੇਸ਼ੈਂਟ। ਜਿਹੜੇ ਗਠੀਏ ਵਾਲੇ ਮਰੀਜ਼ ਨੇ ਜਿਨ੍ਹਾਂ ਦੇ ਵਿੱਚ ਲੋਕ ਡਰਦੇ ਨੇ ਕਿ ਗਠੀਏ ਵਾਲਿਆਂ ਨੂੰ ਕਈ ਵਾਰ ਸੈੱਟ ਆਉਂਦੇ ਆ ਨਹੀਂ ਆਉਂਦੇ, ਤਾਂ ਗਠੀਏ ਵਾਲੇ ਮਰੀਜ਼ਾਂ ਦੇ ਵਿੱਚ ਵੀ ਨੀ ਰਿਪਲੇਸਮੈਂਟ ਓਵਰਆਲ ਇਜ਼ ਵੈਰੀ ਸਕਸੈਸਫੁਲ। ਸੋ ਡਾਕਟਰ ਸਾਹਿਬ, ਅਗਰ ਇਹ ਸਾਰੀਆਂ ਚੀਜ਼ਾਂ ਤੇ ਹੋ ਗਈਆਂ, ਮਤਲਬ ਰਿਸਕ ਫੈਕਟਰ ਜਿਹੜਾ ਹੈ ਮਾਈਂਡ 'ਚ ਤੁਸੀਂ ਬਿਲਕੁਲ ਕੱਢਤਾ, ਪਰ ਅਗਰ ਮੈਂ ਆਪਣੇ ਦਰਸ਼ਕਾਂ ਦੀ ਗੱਲ ਕਰਾਂ, ਸੋ ਉਹਨਾਂ ਲਈ ਨਾ ਕਈ ਵਾਰੀ ਭਰੋਸਾ ਕਰਨਾ ਜਿਹੜਾ ਇੱਕ ਵੱਡੀ ਚੀਜ਼ ਹੁੰਦੀ ਹੈ, ਕਿਉਂਕਿ ਆਪਰੇਸ਼ਨ ਕਰਵਾਉਣਾ ਹੈ, ਆਪਣੀ ਜ਼ਿੰਦਗੀ ਕਿਸੇ ਦੇ ਹੱਥਾਂ 'ਚ ਦੇਣੀ ਹੈ। ਸੋ ਡਾਕਟਰ ਸਾਹਿਬ, ਇਹ ਤਾਂ ਤੁਸੀਂ ਕਹੋਗੇ, ਇਹ ਤਾਂ ਹਰ ਕੋਈ ਕਹੇਗਾ ਕਿ ਸਾਡੇ ਕੋਲ ਆਓ, ਅਸੀਂ ਬੈਸਟ ਦੇਵਾਂਗੇ ਤੁਹਾਨੂੰ ਸਰਵਿਸ, ਪਰ ਅਗਰ ਇੱਕ ਆਮ ਪੇਸ਼ੈਂਟ ਚੂਜ਼ ਕਰਨਾ ਚਾਹੇ ਉਸ ਦੇ ਲਈ ਬੈਸਟ ਸਰਜਨ, ਤਾਂ ਕਿਹੜੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਉਹ ਚੂਜ਼ ਕਰਨ? ਤੇ ਅਗਰ ਨਾਗਪਾਲ ਹਸਪੀਟਲ ਦੀ ਗੱਲ ਕਰੀਏ, ਸੋ ਇੱਥੇ ਹੀ ਕਿਉਂ ਆਉਣ? ਜੀ ਦੇਖੋ, ਮੈਂ ਹਮੇਸ਼ਾ ਕਹਿ ਲਓ ਨਾ ਆਪਣੀ ਟਾਕਸ ਦੇ ਵਿੱਚ ਪੇਸ਼ੈਂਟਸ ਨੂੰ ਐਜੂਕੇਟ ਜ਼ਰੂਰ ਕਰਦਾ। ਮੈਂ ਇਹ ਵੀ ਕਦੀ ਵੀ ਨਹੀਂ ਕਹਿੰਦਾ ਕਿ ਸਾਰੇ ਸਾਡੇ ਕੋਲ ਹੀ ਆਉਣ, ਬਟ ਪੇਸ਼ੈਂਟਸ ਨੂੰ ਕੁਝ 4-5 ਚੀਜ਼ਾਂ ਬੜੀਆਂ ਧਿਆਨ ਨਾਲ ਨੋਟ ਕਰਨੀਆਂ ਚਾਹੀਦੀਆਂ। ਚਲੋ ਅੱਜ ਕੱਲ੍ਹ ਪ੍ਰਾਈਸ ਦੀ ਵਾਰ ਗੇਮ ਵੀ ਬਹੁਤ ਚੱਲਦੀ ਹੈ, ਤਾਂ ਉਹਨੂੰ ਮੈਂ ਲਾਸਟ 'ਤੇ ਰੱਖੂੰਗਾ। ਜਿਹੜੇ ਇੰਪੋਰਟੈਂਟ ਫੈਕਟਰਸ ਨੇ ਜਿਹਦੇ ਨਾਲ ਕਿ ਰਿਜ਼ਲਟਸ ਆਪਣੇ ਵੇਰੀ ਕਰ ਸਕਦੇ ਨੇ, ਉਹ ਉਹਨਾਂ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਜੀ, ਉਹ ਹੈਗੀ ਹੈ ਇੱਕ ਸਰਜਨ ਦਾ ਐਕਸਪੀਰੀਅੰਸ। ਕਿਉਂਕਿ ਐਕਸਪੀਰੀਅੰਸ ਨੂੰ ਕੋਈ ਚੀਜ਼ ਕਹਿ ਲਓ ਨਾ ਸੈਕੰਡਰਾਈਜ਼ ਨਹੀਂ ਕਰ ਸਕਦੀ। ਮਤਲਬ ਉਸ ਤੋਂ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਉਹੀ ਹੈ। ਆਪਾਂ ਇਹ ਕਹਿੰਦੇ ਕਿ ਗੋਡਾ ਜਿਹੜਾ ਪਾ ਰਹੇ ਆ ਉਹ ਅੱਛਾ ਕੁਆਲਿਟੀ ਦਾ ਹੋਏ, ਉਹ ਇੰਪੋਰਟੈਂਟ ਹੈਗਾ, ਬਟ ਉਸ ਤੋਂ ਵੀ ਇੰਪੋਰਟੈਂਟ ਹੈ ਕਿ ਉਸ ਨੂੰ ਜਿਹੜਾ ਪਾਉਣ ਵਾਲਾ ਹੈਗਾ ਉਹਨੂੰ ਕਿਸ ਤਰੀਕੇ ਨਾਲ ਅੰਦਰ ਪਾ। ਹੁਣ ਅੱਛੀ ਕੁਆਲਿਟੀ ਦਾ ਸਹੀ ਢੰਗ ਨਾਲ ਪਿਆ ਹੀ ਨਹੀਂ ਤਾਂ ਦਿੱਕਤ ਆ। ਜੇ ਗੋਲਡ ਨਹੀਂ ਵੀ ਪਾ ਦਿਆਂਗੇ ਬਟ ਉਹਨੂੰ ਸਹੀ ਅਲਾਈਨਮੈਂਟ ਦੇ ਵਿੱਚ ਨਹੀਂ ਪਾਵਾਂਗੇ, ਤਾਂ ਉਹਨੇ 35 ਸਾਲ ਦੀ ਥਾਂ ਤੇ 5 ਸਾਲ 'ਚ ਵੀ ਨਹੀਂ ਫੇਲ ਹੋ ਜਾਣਾ ਜੀ। ਤਾਂ ਇਟ ਇਜ਼ ਇੰਪੋਰਟੈਂਟ ਕਿ ਜਿਹੜਾ ਸਰਜਨ ਦੀ ਟੈਕਨੀਕ ਹੈਗੀ ਹੈ, ਉਹਦਾ ਹੱਥ ਸਾਫ਼ ਹੈ, ਉਹ ਪੇਸ਼ੈਂਟ ਨੂੰ ਉਦੋਂ ਹੀ ਪਤਾ ਚੱਲਦਾ ਹੈ ਜਦੋਂ ਉਹਦੇ ਆਪਰੇਸ਼ਨ ਕੀਤੇ ਹੋਏ ਪੇਸ਼ੈਂਟਸ ਨਾਲੋਂ ਮਿਲਦਾ। ਤਾਂ ਬਿਨਾਂ ਦੇਖੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਹੁਣ ਲੱਕੀਲੀ ਕਹਿ ਲਓ ਸਾਡੇ ਪੇਸ਼ੈਂਟਸ ਇੰਨੇ ਕੁ ਨੇ, ਜਦੋਂ 6000 ਸਰਜਰੀਜ਼ ਹੋ ਗਈਆਂ ਨੇ, ਤਾਂ ਪੰਜਾਬ ਦੇ ਕੀ ਕੈਨੇਡਾ ਤੱਕ ਵੀ ਹੁਣ ਸਾਡੇ ਪੇਸ਼ੈਂਟਸ ਇੰਨੇ ਹੋ ਚੁੱਕੇ ਨੇ ਕਿ ਹੁਣ ਸਾਨੂੰ ਇਹ ਐਟਲੀਸਟ ਵਿਸ਼ਵਾਸ ਦਿਵਾਉਣ ਦੀ ਲੋਕਾਂ ਨੂੰ ਲੋੜ ਨਹੀਂ ਪੈਂਦੀ ਕਿ ਹਾਂਜੀ ਰਿਜ਼ਲਟਸ ਅਸੀਂ ਅੱਛੇ ਦੇ ਰਹੇ ਹਾਂ। ਤਾਂ ਉਹ ਲੋਕਾਂ ਨੂੰ ਆਪਣੇ ਆਪ ਹੀ ਕਹਿ ਲਓ ਨਾ, ਲੋਕ ਆਪਣੇ ਕਿਸੇ ਨਾ ਕਿਸੇ ਰਿਲੇਟਿਵ ਦੇ ਥਰੂ ਪਤਾ ਕਰਕੇ ਇੱਥੇ ਪਹੁੰਚ ਰਹੇ ਹੈਗੇ। ਸੋ ਵਰਡ ਆਫ ਮਾਊਥ ਪਬਲਿਸਿਟੀ ਕਾਫੀ ਹੈ। ਹਾਂ, ਉਹੀ ਇੰਪੋਰਟੈਂਟ ਹੈ। ਬਟ ਇਸ ਚੀਜ਼ ਨੂੰ ਆਪਾਂ ਨੂੰ ਪ੍ਰਾਇੋਰਟਾਈਜ਼ ਕਰਨਾ ਪਊਗਾ ਕਿ ਸਰਜਨ ਦੀ ਐਕਸਪੀਰੀਅੰਸ ਬਹੁਤ ਇੰਪੋਰਟੈਂਟ ਹੈ। ਜਿਹੜੀ ਚੀਜ਼ ਆਪਾਂ ਕਹਿ ਲਓ ਨਾ ਡੇਲੀ, ਜਿਵੇਂ ਹੁਣ ਅਸੀਂ ਲਾਸਟ ਵੀਕ ਦੇ ਵਿੱਚ ਅਰਾਊਂਡ 40 ਸਰਜਰੀਜ਼ ਕੀਤੀਆਂ ਨੇ, ਤਾਂ ਜਿੰਨਾ ਆਪਾਂ ਕਰੀ ਜਾਂਦੇ ਹਾਂ, ਜਿੰਨਾ ਆਪਣਾ ਹੱਥ 'ਚੋਂ ਚੀਜ਼ ਨਿਕਲਦੀ ਆ, ਉਹਨਾਂ ਆਪਾਂ ਫਾਈਨ ਟਿਊਨ ਕਰਦੇ ਜਾਂਦੇ। ਰਾਈਟ। ਐਂਡ ਓਵਰ 11-12 ਈਅਰਸ ਕਹਿ ਲਓ ਐਕਸਪੀਰੀਅੰਸ ਮੈਟਰ ਕਰਦਾ ਕਿ ਹਰ ਚੀਜ਼ ਕਹਿ ਲਓ ਨਾ ਇੰਨੀਆਂ ਫੈਲੋਸ਼ਿਪਸ ਕਰਕੇ ਹਰ ਥਾਂ ਤੋਂ ਆਪਾਂ ਕੁਛ ਨਾ ਕੁਛ ਸਿੱਖ ਕੇ, ਜਿਵੇਂ ਹੁਣ ਮੈਂ ਇੱਕ ਟ੍ਰੇਨਿੰਗ ਲੈਵਲ 'ਤੇ ਆ, ਹੁਣ ਫੈਲੋਸ਼ਿਪਸ ਅਸੀਂ ਕਰਵਾ ਰਹੇ ਹਾਂ ਆਪਣੇ ਅੰਦਰ, ਤਾਂ ਜਦੋਂ ਅਸੀਂ ਕਿਸੇ ਨੂੰ ਸਿਖਾਉਂਦੇ ਵੀ ਹਾਂ ਤਾਂ ਵੀ ਅਸੀਂ ਸਿੱਖਦੇ ਹਾਂ, ਤਾਂ ਲਰਨਿੰਗ ਆਲਵੇਜ਼ ਗੋਜ਼ ਔਨ। ਤਾਂ ਐਕਸਪੀਰੀਅੰਸ ਦਾ ਕੋਈ ਸ਼ਾਰਟਕਟ ਨਹੀਂ ਹੈਗਾ। ਐਕਸਪੀਰੀਅੰਸ ਆਫ ਦਾ ਸਰਜਨ ਇਜ਼ ਵੈਰੀ ਇੰਪੋਰਟੈਂਟ। ਦੂਸਰਾ ਆ ਜਾਂਦਾ ਸੈਟਅਪ। ਸੈਟਅਪ ਦੇ ਵੀ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਆਪਰੇਸ਼ਨ ਥੀਏਟਰ ਦਾ ਸੈਟਅਪ ਹੈਗਾ ਜੀ, ਬਿਕੋਜ਼ ਇਨਫੈਕਸ਼ਨ ਸਭ ਤੋਂ ਵੱਡਾ ਖਤਰਾ ਹੈਗੀ ਹੈ, ਤੇ ਉਸ ਨੂੰ ਅਸੀਂ ਬਚਾਉਣ ਦੇ ਵਿੱਚ ਹੀ ਇੰਪੋਰਟੈਂਸ ਫੀਲ ਕਰਦੇ ਆ, ਬਿਕੋਜ਼ ਉਹਨੂੰ ਟਰੀਟ ਕਰਨਾ ਔਖਾ ਹੈ, ਉਹਨੂੰ ਬਚਾ ਲਈਏ ਤਾਂ ਸਾਡਾ ਸਕਸੈਸ ਹੈਗਾ। ਤਾਂ ਉਹਦੇ ਵਿੱਚ ਕੀ ਹੈ ਕਿ ਮੋਡੂਲਰ ਆਪਰੇਸ਼ਨ ਥੀਏਟਰ ਹੋਏ, ਜਿਸ ਦੇ ਵਿੱਚ ਕਿ ਇੱਕ ਹਸਪੀਟਲ ਦੇ ਵਿੱਚ ਡੈਡੀਕੇਟਿਡ ਆਪਰੇਸ਼ਨ ਥੀਏਟਰ ਅਲੱਗ ਤੋਂ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਸਿਰਫ ਜੁਆਇੰਟ ਰਿਪਲੇਸਮੈਂਟਸ ਹੋ ਰਹੀਆਂ ਜੀ। ਚਾਹੇ ਸਾਡਾ ਮਲਟੀ ਸਪੈਸ਼ਲਿਟੀ ਹਸਪੀਟਲ ਹੈ, ਬਟ ਸਾਡੇ ਜੁਆਇੰਟ ਰਿਪਲੇਸਮੈਂਟ ਦਾ OT ਬਿਲਕੁਲ ਸੈਪਰੇਟ ਹੈ, ਜਿਹਦੇ ਵਿੱਚ ਹੋਰ ਕੋਈ ਵੀ ਪੇਸ਼ੈਂਟ ਆਪਰੇਟ ਨਹੀਂ ਹੁੰਦਾ। ਤਾਂ ਦੈਟ ਇਜ਼ ਵੈਰੀ ਇੰਪੋਰਟੈਂਟ, ਬਿਕੋਜ਼ ਕਈ ਵਾਰ ਜਨਰਲ ਸਰਜਰੀ, ਗਾਇਨੀ, ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਨਾ, ਉਸੇ ਹਸਪੀਟਲ ਦੇ ਵਿੱਚ ਹੋਰ ਚੀਜ਼ਾਂ ਆਪਰੇਟ ਹੋ ਰਹੀਆਂ ਨੇ, ਤਾਂ ਕ੍ਰਾਸ ਇਨਫੈਕਸ਼ਨ ਦੇ ਚਾਂਸਸ। ਤਾਂ ਇਸ ਕਰਕੇ ਉਹਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਕਿ ਇੱਕ ਡੈਡੀਕੇਟਿਡ ICU ਜਾਂ ਫਿਰ ਇੱਕ ਡੈਡੀਕੇਟਿਡ ਆਪਰੇਸ਼ਨ ਥੀਏਟਰ ਹੋਵੇ ਜਿਹੜਾ ਪੇਸ਼ੈਂਟ ਦੀ ਟੇਕ ਕੇਅਰ ਕਰ। ਰਾਈਟ। ਫਿਰ ਆ ਜਾਂਦਾ ਇੱਕ ਮੈਡੀਕਲ ਬੈਕਅਪ, ਜਿਵੇਂ ਇੱਕ ਫਿਜ਼ੀਸ਼ੀਅਨ ਦੀ, ਐਨਸਥੈਟਿਸਟ ਦੀ ਟੀਮ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰੇ ਜਿਹੜੇ ਆਪਣੇ ਕਈ ਬਜ਼ੁਰਗ ਨੇ ਜਿਨ੍ਹਾਂ ਨੂੰ BP ਦੀ, ਸ਼ੂਗਰ ਦੀਆਂ ਵੀ ਦਿੱਕਤਾਂ ਹੁੰਦੀਆਂ ਨੇ, ਤਾਂ ਉਹਨਾਂ ਦਾ ਬਾਅਦ ਦੇ ਵਿੱਚ ਸਾਂਭ ਸੰਭਾਲ ਕਰਨ ਲਈ ਬਾਈ ਚਾਂਸ ਕੋਈ ਇਸ਼ੂ ਆ ਜਾਂਦਾ ਤਾਂ ਉਹਨਾਂ ਨੂੰ ਇੱਕ ਬੈਕਅਪ, ਵੈਂਟੀਲੇਟਰਸ, ਉਹ ਸਾਰਾ ਕੁਝ ਹੋਣਾ ਬਹੁਤ ਜ਼ਰੂਰੀ ਹੈ। ਸੋ ਉਹ ਵੀ ਆਪਣੇ ਕੋਲ ਸਾਰਾ ਹੈਗਾ। ਇਹਦੇ ਨਾਲ ਇੱਕ ਫਿਜ਼ੀਓਥੈਰੇਪੀ ਦੀ ਵੀ ਟੀਮ ਬਹੁਤ ਜ਼ਰੂਰੀ ਹੈਗੀ ਹੈ, ਜੋ ਬਾਅਦ ਚ ਐਕਸਰਸਾਈਜ਼, ਜੋ ਬਾਅਦ ਦੇ ਵਿੱਚ, ਕਿਉਂਕਿ ਆਪਾਂ ਕਹਿੰਦੇ ਆ ਸਰਜਰੀ ਇਜ਼ 50% ਆਫ ਦਾ ਜੌਬ, 50% ਬਾਅਦ ਦੇ ਵਿੱਚ ਜਿਹੜੀ ਮਿਹਨਤ ਕਰਨੀ ਹੈ ਪੇਸ਼ੈਂਟ ਨੇ ਕਰਨੀ ਹੈ। ਤਾਂ ਫਿਜ਼ੀਓਥੈਰੇਪੀ ਦੀ ਟੀਮ ਵੀ ਬਹੁਤ ਇੰਪੋਰਟੈਂਟ ਹੈ, ਜਿਹਨੇ ਬਾਅਦ ਦੇ ਵਿੱਚ ਪੇਸ਼ੈਂਟ ਨੂੰ ਦੂਜੇ ਤੀਜੇ ਦਿਨ ਖੜਾ ਕਰਕੇ ਗੋਡਾ ਮੋੜਨਾ ਸ਼ੁਰੂ ਕਰਨਾ ਹੈ, ਵਾਕਿੰਗ ਕਰਾਉਣੀ ਹੈ, ਤਾਂ ਉਹ ਵੀ ਇੱਕ ਐਕਸਪੀਰੀਅੰਸ ਟੀਮ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਉਹ ਵੀ ਕਰੈਕਟਲੀ ਹੋਣਾ ਚਾਹੀਦਾ। ਜੇ ਉਹ ਫਿਰ ਤੁਸੀਂ ਗੋਡਾ ਗਲਤ ਮੋੜਿਆ ਜਾਂ ਗਲਤ ਐਕਸਰਸਾਈਜ਼ ਕੀਤੀ, ਇਹਦੇ ਵਿੱਚ ਜਿਹੜਾ ਨਾ ਇੱਕ ਪ੍ਰੋਪਰ ਪ੍ਰੋਟੋਕਾਲ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਵੀ ਬਹੁਤ ਵੇਰੀਏਸ਼ਨਸ ਨੇ, ਕਈ ਥਾਵਾਂ ਤੇ ਲੋਕ ਹਫ਼ਤੇ ਤੱਕ ਲੱਤ ਸਿੱਧੀ ਛੱਡ ਦਿੰਦੇ ਨੇ, ਕਈ ਬਹੁਤ ਅਗਰੈਸਿਵ ਹੋ ਜਾਂਦੇ ਨੇ ਕਿ ਪਹਿਲੇ ਦਿਨ ਪੌੜੀਆਂ ਚੜ੍ਹ ਜਾਓ। ਤਾਂ ਵੀ ਹੈਵ ਅ ਪ੍ਰੋਟੋਕਾਲ ਜਿਹਦੇ ਨਾਲ ਸਾਡੇ ਪੇਸ਼ੈਂਟ ਸੇਫ ਵੀ ਰਹਿ ਰਹੇ ਹੈਗੇ ਨੇ,
ਤੇ ਉਹਨਾਂ ਦੀ ਰਿਕਵਰੀ ਵੀ ਫਾਸਟ ਹੈ। ਮੈਨੂੰ ਲੱਗਦਾ 90% ਪਲੱਸ ਪੇਸ਼ੈਂਟ ਸਾਡੇ ਨੇ ਜਿਹੜੇ ਚੌਂਕੜੀ ਮਾਰ ਕੇ ਬੈਠ ਪਾਉਂਦੇ ਨੇ, ਅੱਛਾ, ਆਪਣਾ ਪਾਠ ਪੂਜਾ ਕਰ ਪਾਉਂਦੇ ਨੇ। ਕਈ ਨੇ ਜਿਹੜੇ ਇੱਥੇ ਚਲੋ ਨਾ ਆਪਣਾ ਸਤਸੰਗ, ਰਾਧਾ ਸਵਾਮੀ ਸਾਰੇ ਕਿਤੇ ਜਾਂਦੇ ਹੈਗੇ ਨੇ, ਤੇ ਉਹਨਾਂ ਦੀ ਆਉਣ ਤੋਂ ਪਹਿਲੇ ਸਾਡੇ ਕੋਲ ਇਹੀ ਹਾਂ ਗੁਰਦੁਆਰੇ ਵੀ ਜਾਣਾ, ਤਾਂ ਹਰ ਇੱਕ ਦੀ ਇਹੀ ਹੁੰਦੀ ਹੈ ਜੀ ਕਿ ਅਸੀਂ ਬਾਅਦ ਦੇ ਵਿੱਚ ਗੁਰੂ ਘਰ ਜਾ ਪਾਵਾਂਗੇ, ਮੰਦਿਰ ਮਸਜਿਦ ਜਾ ਪਾਵਾਂਗੇ। ਤਾਂ ਉਹ ਮੋਸਟਲੀ ਸਾਡੇ ਪੇਸ਼ੈਂਟਸ ਦੀ ਉਹ ਵੀ ਡਿਮਾਂਡ ਅਸੀਂ ਪੂਰੀ ਕਰ ਪਾ ਰਹੇ ਹਾਂ, ਬਿਕੋਜ਼ ਜਿਹੜੇ ਨੀਜ਼ ਅਸੀਂ ਯੂਜ਼ ਕਰ ਰਹੇ ਹਾਂ ਉਹ ਵੀ ਹਾਈ ਫਲੈਕਸ ਨੇ, ਤੇ ਟੈਕਨੀਕ ਵੀ ਉਹ ਹੈ ਕਿ ਜਦੋਂ ਆਪਾਂ ਪ੍ਰੋਪਰ ਗੈਪਸ ਬੈਲੈਂਸ ਕਰਾਂਗੇ ਤਾਂ ਉਹਦੇ ਵਿੱਚ ਉਹਨਾਂ ਨੂੰ ਇਹ ਵਾਲੇ ਰਿਜ਼ਲਟਸ ਅੱਛੇ ਮਿਲਦੇ ਹੀ ਹੈ। ਅੱਛਾ, ਟੌਪ ਆਫ ਦੈਟ ਇੱਕ ਚੀਜ਼ ਹੋਰ ਮੈਂ ਜਿਹੜੀ ਮੈਂ ਪਿਛਲੀ ਵਾਰ ਵੀ ਜਦੋਂ ਗੱਲ ਕੀਤੀ ਸੀ ਡਾਕਟਰ ਸਾਹਿਬ ਨਾਲ, ਔਰ ਮੈਂ ਇੱਥੇ ਵੀ ਪੇਸ਼ੈਂਟਸ ਨੂੰ ਜੋ ਮਿਲਿਆ, ਜੋ ਮੈਨੂੰ ਲੱਗਿਆ ਉਹ ਇਹ ਵੀ ਹੈ ਕਿ ਜਿਹੜਾ ਇੱਕ ਫੈਮਿਲੀ ਵਾਲਾ ਇਨਵਾਇਰਨਮੈਂਟ ਇੱਥੇ ਮਿਲਦਾ ਹੈ, ਉਹ ਮੈਂ ਲਾਸਟ ਪੁਆਇੰਟ ਤੇ ਆਉਣ ਲੱਗਿਆ ਸੀਗਾ। ਪਰ ਮੈਂ ਸ਼ਾਇਦ ਉਸ ਦੇ ਲਈ ਐਕਸਾਈਟਿਡ ਸੀ ਵੀ ਤੁਸੀਂ ਗੱਲ ਕਰੋਗੇ। ਮੈਂ ਇਹ ਚੀਜ਼ ਖੁਦ ਦੇਖੀ ਹੈ ਇੱਥੇ ਹਸਪੀਟਲ ਦੇ ਵਿੱਚ ਲੋਕਾਂ ਨਾਲ ਗੱਲ ਕਰਕੇ, ਔਰ ਕੁਝ ਵੀਡੀਓਜ਼ ਤੁਹਾਨੂੰ ਨਾਲ ਅਸੀਂ ਸਕਰੀਨ ਦੇ ਉੱਤੇ ਵੀ ਦਿਖਾ ਰਹੇ ਹਾਂ ਜਿੱਥੇ ਬਾਬੇ ਭੰਗੜੇ ਪਾਉਂਦੇ ਦੇਖ ਰਹੇ ਹਾਂ ਅਸੀਂ। ਤੇ ਇਹ ਚੀਜ਼ ਉਹ ਰਿਲੇਸ਼ਨ ਜਿਹੜਾ ਹੈਗਾ ਨਾ, ਬੌਂਡਿੰਗ ਜਿਹੜੀ ਆ, ਔਰ ਇੱਥੇ ਆ ਕੇ ਆਪਣਾਪਨ ਮਹਿਸੂਸ ਹੁੰਦਾ ਹੈ। ਤੁਹਾਨੂੰ ਹਸਪੀਟਲ ਘੱਟ ਤੇ ਹੋਟਲ ਜ਼ਿਆਦਾ ਲੱਗਦਾ ਹੈ, ਜਦੋਂ ਰਹਿਣ ਦੇ ਲਈ ਹਰ ਫੈਸਿਲਿਟੀ ਤੁਹਾਨੂੰ ਰੂਮ ਦੇ ਵਿੱਚ ਮਿਲਦੀ ਹੈ, ਤਾਂ ਇਹ ਅਲੱਗ ਹੀ ਕੰਫਰਟ ਬਣਾਉਂਦਾ ਹੈ ਜੀ। ਦੇਖੋ ਮੋਸਟਲੀ ਕੀ ਹੈ ਜੀ, ਪੇਸ਼ੈਂਟ ਸਾਡੇ ਕੋਲ ਜਦੋਂ ਆਉਂਦੇ ਨੇ 3 ਤੋਂ 4 ਦਿਨ ਰਹਿੰਦੇ ਨੇ, ਡੇਲੀ ਅਸੀਂ ਉਹਨਾਂ ਨੂੰ 2-3 ਵਾਰ ਮਿਲ ਰਹੇ ਹਾਂ, ਪਲੱਸ ਉਹਨਾਂ ਦੇ ਨਾਲ ਫੋਲੋ ਅਪ ਸਾਡਾ ਹੋ ਰਿਹਾ, ਤਾਂ ਇੱਕ ਤਰ੍ਹਾਂ ਦਾ ਹਰ ਇੱਕ ਨਾਲ ਇੱਕ ਤਰ੍ਹਾਂ ਦੀ ਸਾਡੀ ਫੈਮਿਲੀ ਬੌਂਡਿੰਗ ਹੋ ਜਾਂਦੀ ਹੈ। ਜਿਵੇਂ ਸਾਡਾ ਵਿਵਹਾਰ ਹੈ, ਸਾਡਾ ਸਟਾਫ ਵੀ ਉਸੇ ਤਰੀਕੇ ਨੂੰ ਫੋਲੋ ਕਰਦਾ ਹੈ, ਤਾਂ ਹਰ ਇੱਕ ਨੂੰ ਇੱਕ ਪਰਸਨਲਾਈਜ਼ਡ ਟੱਚ ਮਿਲਦਾ ਹੈਗਾ ਜੀ। ਵੀ ਆਰ ਆਲਵੇਜ਼ ਅਪਰੋਚੇਬਲ। ਹਰ ਇੱਕ ਪੇਸ਼ੈਂਟ ਕੋਲ ਮੇਰਾ ਪਰਸਨਲ ਨੰਬਰ ਹੁੰਦਾ ਹੈ, ਕਿਸੇ ਨੂੰ ਕੋਈ ਦੇਰ ਸਵੇਰ ਕੋਈ ਦਿੱਕਤ ਆਉਂਦੀ ਹੈ ਉਹ ਡਾਇਰੈਕਟਲੀ ਮੈਨੂੰ ਅਪਰੋਚ ਕਰ ਪਾਉਂਦੇ ਨੇ। ਹਸਪੀਟਲ ਦੇ ਵਿੱਚ ਵੀ ਜਦੋਂ ਵੀ ਆਰ ਇਨ ਦਾ ਹਸਪੀਟਲ, ਤਾਂ ਕਿਸੇ ਨੂੰ ਐ ਨਹੀਂ ਹੈ ਕਿ ਜੀ ਕੋਈ ਮਿਲਣ ਦੇ ਵਿੱਚ ਰਿਸਟ੍ਰਿਕਸ਼ਨਸ ਨੇ, ਰਾਈਟ, ਤਾਂ ਵੀ ਆਰ ਓਪਨ ਟੂ ਮੀਟ, ਕਿ ਜਦੋਂ ਤੱਕ ਅਸੀਂ ਇੱਥੇ ਹੈਗੇ ਆ ਤਾਂ ਵੀ ਆਰ ਓਪਨ ਟੂ ਮੀਟ ਪੇਸ਼ੈਂਟਸ। ਤਾਂ ਇੱਕ ਅਪਰੋਚੇਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਕਹਿ ਲਓ ਨਾ, ਇੱਕ ਇਹੋ ਜਿਹੀ ਅਸੀਂ ਹਾਈ ਚੇਂਬਰ ਤੇ ਜਿਵੇਂ ਜਾ ਕੇ ਬੈਠ ਜਾਗੇ ਤਾਂ ਪੇਸ਼ੈਂਟ ਆਉਣ ਵੇਲੇ ਵੀ ਹਿਚਕਿਚਾਏਗਾ, ਮਨ ਦੀ ਗੱਲ ਨਹੀਂ ਕਰ ਪਾਏਗਾ। ਤਾਂ ਜਦੋਂ ਪੇਸ਼ੈਂਟ ਇੱਥੇ ਆਉਂਦੇ ਨੇ, ਆਲਰੇਡੀ ਉਹ ਤੰਗ ਨੇ ਜੀ, ਉਹਨਾਂ ਨੂੰ ਇੱਕ ਕੰਫਰਟ ਮਿਲ ਜਾਂਦਾ ਹੈ, ਹਾਂ ਜੀ, ਕਿ ਕੋਈ ਸਾਡੀ ਪਿਆਰ ਨਾਲ ਗੱਲ ਸੁਣ ਪਾ ਰਿਹਾ ਹੈਗਾ। ਤੇ ਜੇ ਕਹਿ ਲਓ ਡਾਕਟਰ ਪਿਆਰ ਨਾਲ ਸੁਣ ਪਾ ਰਿਹਾ, ਤਾਂ ਫਿਰ ਸਟਾਫ ਵੀ ਓਬਵੀਅਸਲੀ ਉਸ ਨੂੰ ਦੇਖ ਕੇ ਉਹ ਚੀਜ਼ ਫੋਲੋ ਕਰਦਾ। ਤਾਂ ਮੋਸਟਲੀ ਸਾਡੇ ਜਿਹੜੇ ਪੇਸ਼ੈਂਟਸ ਨੇ ਇਸੇ ਤਰੀਕੇ ਨਾਲ ਸਾਨੂੰ ਫੀਡਬੈਕ ਦੇ ਕੇ ਜਾਂਦੇ ਨੇ ਕਿ ਸਟਾਫ ਵੀ ਮਤਲਬ ਕੁਝ ਕਹਿਣ ਤੋਂ ਪਹਿਲੇ ਉਹ ਚੀਜ਼ ਹੋ ਜਾਂਦੀ ਹੈ। ਐਂਡ ਜਦੋਂ ਦੀ ਅਸੀਂ ਰੋਬੋਟਿਕ ਚੇਂਜ ਲੈ ਕੇ ਆਏ ਹੈਗੇ ਆ, ਰੋਬੋਟਿਕਸ ਲੈ ਕੇ ਆਏ ਆ, ਉਸ ਤੋਂ ਬਾਅਦ ਅਸੀਂ ਇੱਕ ਡੈਡੀਕੇਟਿਡ ਜੁਆਇੰਟ ਰਿਪਲੇਸਮੈਂਟ ਫਲੋਰ ਬਣਾਤਾ, ਜਿਹਦੇ ਵਿੱਚ ਕਿ ਅਸੀਂ ਫੈਸਿਲਿਟੀਜ਼ ਵੀ ਜਿਵੇਂ ਕਹਿ ਲਓ ਹੋਟਲ ਵਾਲੀਆਂ ਦੇਤੀਆਂ ਨੇ। ਹਰ ਰੂਮ ਦੇ ਵਿੱਚ ਅਸੀਂ ਕਹਿ ਲਓ ਸਮਾਰਟ ਟੀਵੀਜ਼ ਹੋ ਗਏ ਨੇ, ਜਿਹਦੇ ਵਿੱਚ ਕਹਿ ਲਓ ਨਾ ਅੱਜ ਕੱਲ੍ਹ ਸਾਰਿਆਂ ਨੂੰ YouTube, Netflix ਦੇਖਣ ਦੀ ਆਦਤ ਹੈ, ਤਾਂ ਉਹ ਹੈਗੀ ਅਵੇਲੇਬਲ ਨੇ। ਦੈਨ ਵੀ ਹੈਵ ਅ ਮਾਈਕਰੋ ਕੈਟਲ, ਫ੍ਰਿਜ ਹੈਗੇ ਨੇ, ਜਿਹੜੀਆਂ ਬੇਸਿਕ ਅਮੈਨਿਟੀਜ਼ ਕੇ ਜੇ ਕਿਸੇ ਨੇ 4-5 ਦਿਨ ਰਹਿਣਾ ਹੈ, ਕੁਝ ਖਾਣਾ ਪੀਣਾ ਗਰਮ ਵੀ ਕਰਨਾ ਹੈ, ਤਾਂ ਉਹ ਸਾਰਾ ਕੁਝ ਆਪਾਂ ਰੱਖ ਸਕਦੇ ਹਾਂ, ਤਾਂ ਕਿ ਪੇਸ਼ੈਂਟ ਨੂੰ ਆਪਾਂ ਇੱਕ ਪ੍ਰੋਪਰ ਡਾਈਟ ਵੀ ਦੇ ਸਕੀਏ। ਐਂਡ ਉਹਦੇ ਨਾਲ ਕਹਿ ਲਓ ਸਾਰਾ ਜਿਵੇਂ ਕਹਿ ਲਓ ਨਾ ਵਾਈਫਾਈ ਇਨੇਬਲਡ ਹੈਗਾ। ਤਾਂ ਮਤਲਬ ਯੂ ਨੇਮ ਐਨੀ ਫੈਸਿਲਿਟੀ ਦਾ ਆਪਾਂ ਸਾਰੀ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਪੇਸ਼ੈਂਟਸ ਨੂੰ ਅਸੀਂ ਦੇ ਸਕੀਏ। ਵਾਸ਼ਰੂਮਸ ਦੇ ਵਿੱਚ ਪੇਸ਼ੈਂਟ ਦੀ ਸਪੈਸ਼ਲੀ ਹਾਈ ਸੀਟਸ ਲਵਾਈਆਂ ਗਈਆਂ ਨੇ, ਤਾਂ ਕਿ ਉਹਨਾਂ ਨੂੰ ਜਿਵੇਂ ਨੀਵਾਂ ਨਾ ਬੈਠਣਾ ਪਏ, ਗੋਡਿਆਂ ਨੂੰ ਮਤਲਬ ਹਾਰਮ ਹੋਏ। ਤਾਂ ਮਤਲਬ ਸਾਈਡ ਤੋਂ ਉੱਠਣ ਵੇਲੇ ਸਾਈਡ ਬਾਰ ਸਪੋਰਟਸ ਹੈਗੀਆਂ ਨੇ। ਤਾਂ ਮਤਲਬ ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹਰ ਫੈਸਿਲਿਟੀ ਦੇ ਪਾਈਏ। ਬਾਕੀ ਵੀ ਆਰ ਆਲਵੇਜ਼ ਓਪਨ ਫॉर ਸਕੋਪ ਆਫ ਇੰਪਰੂਵਮੈਂਟ। ਜਦੋਂ ਜਿਵੇਂ ਸਾਨੂੰ ਪੇਸ਼ੈਂਟ ਫੀਡਬੈਕ ਦਿੰਦੇ ਨੇ, ਕੁਆਲਿਟੀ ਮੈਨੇਜਰ ਨੇ ਸਾਨੂੰ ਉਹਨਾਂ ਨੂੰ ਫੀਡਬੈਕਸ ਦਿੰਦੇ ਨੇ, ਤਾਂ ਉਹਨਾਂ ਦੇ ਥਰੂ ਅਸੀਂ ਕਹਿ ਲਓ ਨਾ ਡੇਲੀ ਦੇ ਡੇਲੀ ਕੁਛ ਨਾ ਕੁਛ ਹੋਰ ਇੰਪਰੂਵਮੈਂਟ ਕਰੀ ਜਾ ਰਹੇ ਹਾਂ। ਸੋ ਇੰਨੇ ਡਾਕਟਰਸ ਜਿਹੜੇ ਨੇ ਅਪਰੋਚੇਬਲ ਨਹੀਂ ਹੁੰਦੇ। ਜਿਹੜਾ ਕਾਰਪੋਰੇਟ ਸਟਰਕਚਰ ਜਿਹੜੇ ਹਸਪੀਟਲਸ ਹੁੰਦੇ ਨੇ, ਤਾਂ ਉੱਥੇ ਵੱਡੀਆਂ ਦਿੱਕਤਾਂ ਆਉਂਦੀਆਂ ਨੇ। ਔਰ ਹੁਣ ਅਸੀਂ ਮੇਰੇ ਖਿਆਲ ਨਾਲ ਜਦੋਂ ਮੈਂ ਗੱਲ ਕੀਤੀ ਸੀ, ਸ਼ਾਇਦ ਤੁਸੀਂ ਕੁਝ ਗੱਲ ਕਰ ਰਹੇ ਸੀ, ਮੈਂ ਸ਼ਾਇਦ ਤੁਹਾਨੂੰ ਇੰਟਰਪਟ ਕਰ ਦਿੱਤਾ ਸੀ। ਕੋਈ ਐਸਾ ਪੁਆਇੰਟ ਤਾਂ ਨਹੀਂ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਮੈਂ ਇੰਟਰਪਟ ਕਾਰਪੋਰੇਟ ਦੇ ਵਿੱਚ ਐਕਚੁਅਲੀ ਕਈ ਵਾਰ ਹੋ ਜਾਂਦਾ ਜੀ। ਪਰਸਨਲ ਵੀ ਮੇਰਾ ਐਕਸਪੀਰੀਅੰਸ ਰਿਹਾ ਇੱਕ ਵਾਰੀ ਕਿ ਅਸੀਂ ਕਹਿ ਲਓ ਨਾ ਆਪਣੇ ਫਾਦਰ ਇਨ ਲਾਅ ਦੇ ਟ੍ਰੀਟਮੈਂਟ ਲਈ ਦਿੱਲੀ ਗਏ ਸੀਗੇ। ਕਾਰਪੋਰੇਟ ਦੇ ਵਿੱਚ ਕਈ ਵਾਰ ਐ ਹੁੰਦਾ ਕਿ ਜਿਵੇਂ when the patient is shifted to ICU ਤੇ ਤੁਹਾਨੂੰ ਪਿੱਛੋਂ ਦੀ ਰੂਮ ਖਾਲੀ ਕਰਨਾ ਪੈ ਜਾਂਦਾ। ਤਾਂ ਉਦੋਂ ਸਾਨੂੰ ਹੁੰਦਾ ਸੀਗਾ ਕਿ ਹੁਣ ਅਸੀਂ ਕਿੱਥੇ ਜਾਈਏ, ਬਾਹਰ ਵੇਟ ਕਰੀਏ। ਸੋ ਵੀ ਮੇਡ ਇਟ ਕੰਫਰਟੇਬਲ ਫॉर ਆवर ਪੇਸ਼ੈਂਟਸ ਕਿ ਜਦੋਂ ਸਾਡਾ ਪੇਸ਼ੈਂਟ ਆਉਂਦਾ ਹੈਗਾ, ਵੀ ਅਲੋਟ ਅ ਰੂਮ ਟੂ ਦਾ ਪੇਸ਼ੈਂਟਸ, ਤਾਂ ਕਿ ਉਹਦੇ ਰਿਲੇਟਿਵਸ ਵੀ ਇੱਕ ਸੇਫ ਥਾਂ ਤੇ ਆਪਣਾ ਸਮਾਨ ਰੱਖ ਸਕਣ, ਸਿਕਿਉਰ ਫੀਲ ਕਰ ਰੱਖਣ। ਤਾਂ ਜਿਹੜੀ ਦਿੱਕਤਾਂ ਅਸੀਂ ਆਪ ਫੇਸ ਕੀਤੀਆਂ ਹੈਗੀਆਂ ਜਦੋਂ ਸਾਨੂੰ ਬਾਈ ਚਾਂਸ ਕਿਤੇ ਕਾਰਪੋਰੇਟ ਜਾਣਾ ਪਿਆ ਹੈਗਾ, ਪਲੱਸ ਡਾਕਟਰ ਨੂੰ ਮਿਲਣ ਲਈ ਵੇਟ ਕਰਨਾ, ਤੇ ਕਈ ਵਾਰੀ ਉਹ ਨਾ ਅਪਰੋਚੇਬਿਲਿਟੀ ਇਸ਼ੂਜ਼ ਆ ਜਾਂਦੇ ਹੈਗੇ। ਐਂਡ ਉਹ ਸਾਰੀ ਅਸੀਂ ਚੀਜ਼ਾਂ ਕਰਦੇ ਹਾਂ। ਕਈ ਵਾਰ ਐ ਹੁੰਦਾ ਕਿ ਉੱਥੇ ਹਰ 10 ਮਿੰਟ ਬਾਅਦ ਆਉਂਦੇ ਸੀ ਆਹ ਵਾਲਾ ਮੈਡੀਸਿਨ ਲੈ ਕੇ ਆਓ, ਤਾਂ ਉਹ ਵਾਲੀ ਵੀ ਚੱਕਰ ਪੈਂਦਾ ਰਹਿੰਦਾ ਸੀਗਾ ਕਿ ਯੂ ਆਰ ਇਨ ਦ ਲਾਈਨ ਆਲਵੇਜ਼, ਕਿ ਤਾਂ ਫਾਰਮੇਸੀ ਦੀ ਲਾਈਨ 'ਚ ਖੜੇ ਆ। ਤਾਂ ਅਸੀਂ ਆਪਣੇ ਪੇਸ਼ੈਂਟਸ ਦੀ ਇਹ ਕੰਫਰਟ ਜ਼ਰੂਰ ਦਿੱਤੀ ਹੈ ਕਿ ਜਦੋਂ ਆ ਜਾਂਦੇ ਨੇ, ਉਹਨਾਂ ਨੇ ਇੱਕ ਵਾਰੀ ਆਪਣਾ ਜਦੋਂ ਪੈਕੇਜ ਡਿਸਾਈਡ ਕਰ ਲਿਆ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ। ਸਾਰਾ ਕੁਝ ਮੈਡੀਕਲ ਕੇਅਰ ਅਸੀਂ ਆਪ ਦੇਖਦੇ ਹਾਂ, ਉਹਨਾਂ ਦੇ ਬਲੱਡ ਟੈਸਟ, ਉਹਨਾਂ ਦੇ ਸਾਰੇ ਜਿਹੜੇ ਮੈਡੀਸਿਨਸ ਨੇ, ਐਵਰੀਥਿੰਗ ਇਜ਼ ਟੇਕਨ ਕੇਅਰ ਆਫ ਇਨ ਦੈਟ ਪੈਕੇਜ। ਤਾਂ ਉਹਨਾਂ ਨੂੰ ਭੱਜ ਦੌੜ ਨਹੀਂ ਕਰਨੀ ਪੈਂਦੀ, ਉਹਨਾਂ ਨੂੰ ਸਿਰਫ ਆਪਣੇ
ਪੇਸ਼ੈਂਟ ਨੂੰ ਹੱਲਾਸ਼ੇਰੀ ਦੇਣੀ ਹੈ, ਉਹਨਾਂ ਦਾ ਖਿਆਲ ਰੱਖਣਾ ਹੈ, ਡਾਈਟ ਦਾ ਖਿਆਲ ਰੱਖਣਾ ਹੈ, ਬਾਕੀ ਮੈਡੀਕਲ ਪਾਰਟ ਸਾਰਾ ਅਸੀਂ ਖਿਆਲ ਆਪੇ ਰੱਖ ਲੈਂਦੇ। ਬਹੁਤ ਵਧੀਆ ਗੱਲ ਹੈ ਡਾਕਟਰ ਸਾਹਿਬ। ਹੁਣ ਗੱਲ ਆਉਂਦੀ ਹੈ ਮੇਜਰ ਫੈਕਟਰ ਜਿਹੜਾ ਹੈਗਾ ਉਹ ਹੁੰਦਾ ਕਾਸਟ ਫੈਕਟਰ, ਕਿ ਤੁਸੀਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਪਹਿਲੀ ਗੱਲ ਤਾਂ ਬਾਹਰ ਵਿਦੇਸ਼ਾਂ ਦੇ ਵਿੱਚ ਵੇਟਿੰਗ ਦਾ ਬਹੁਤ ਇਸ਼ੂ ਹੈ, ਤੇ ਜਦੋਂ ਫਿਰ ਤੁਹਾਡੀ ਵਾਰੀ ਆ ਵੀ ਜਾਂਦੀ ਹੈ ਤਾਂ ਫਿਰ ਕਾਸਟ ਦਾ ਵੀ ਇਸ਼ੂ ਹੈ, ਤੇ ਫਿਰ ਇੱਕ ਇੱਕ ਕਰਕੇ ਵੀ ਕਰਨਾ ਪੈਂਦਾ। ਦੋਨੋਂ ਗੋਡੇ ਕਈ ਵਾਰ ਇਕੱਠੇ ਨਹੀਂ ਹੋ ਪਾਉਂਦੇ, ਪਰ ਲੋੜ ਹੁੰਦੀ ਹੈ ਕਿ ਦੋਵੇਂ ਇਕੱਠੇ ਹੋ ਜਾਣ। ਔਰ ਇਹ ਇੱਕ ਪ੍ਰੋਬਲਮ ਇਦਾਂ ਦੀ ਹੈ, ਮੈਂ ਦਰਸ਼ਕਾਂ ਨੂੰ ਇੱਥੇ ਕਹਿਣਾ ਚਾਹਾਂਗਾ ਕਿ ਜਿੰਨਾ ਸਮਾਂ ਤੁਸੀਂ ਅੱਗੇ ਵੇਸਟ ਕਰਦੇ ਜਾਂਦੇ ਹੋ ਉਹਦੇ ਨਾਲ ਪ੍ਰੋਬਲਮ ਵੱਧਦੀ ਹੈ, ਕਿਉਂਕਿ ਸਾਡੇ ਸਰੀਰ ਦਾ ਭਾਰ ਸਾਡੇ ਗੋਡਿਆਂ ਨੇ ਚੁੱਕਣਾ, ਉਹਨਾਂ ਨੇ ਉਸੇ ਤਰੀਕੇ ਦੇ ਨਾਲ ਜਿਹੜਾ ਕੱਸਦੇ ਰਹਿਣਾ, ਜਾਂ ਜਿਹੜੀ ਪ੍ਰੋਬਲਮ ਹੈ ਉਹ ਰਹੇਗੀ, ਤਾਂ ਉਹਦੇ ਨਾਲ ਉਹ ਪ੍ਰੋਬਲਮ ਹੋਰ ਵੱਧ ਜਾਂਦੀ ਹੈ, ਸੋ ਹੋਰ ਵਰਸਟ ਹੋ ਜਾਂਦੀ ਹੈ। ਸੋ ਡਾਕਟਰ ਸਾਹਿਬ, ਕਾਸਟ ਇਫੈਕਟਿਵ ਕਿਵੇਂ ਪਏਗਾ ਜਦੋਂ ਤੁਹਾਡੇ ਕੋਲ ਆਉਂਦੇ ਨੇ? ਔਰ ਦੂਸਰੀ ਚੀਜ਼ ਹੈ ਕਿ ਅਸੀਂ ਦੋਵੇਂ ਗੋਡਿਆਂ ਨੂੰ ਜਦੋਂ ਕਰਦੇ ਹਾਂ, ਸੋ ਉਸਦੇ ਪੈਰਾਮੀਟਰਸ ਕੀ ਹੁੰਦੇ ਨੇ, ਤੇ ਕਿਹੜੀ ਜਿਹੜੇ ਇੰਪਲਾਂਟਸ ਨੇ ਜਿਹੜੇ ਉਹਨਾਂ ਦੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਹੈ? ਬਿਲਕੁਲ, ਦੇਖੋ ਇੰਪਲਾਂਟ ਦੀ ਵੈਰਾਈਟੀ ਦੇ ਨਾਲ ਹੀ ਉਹਦੇ ਪੈਕੇਜ ਦਾ ਫਰਕ ਪੈਂਦਾ ਹੈਗਾ, ਪਲੱਸ ਜਿਹੜੀ ਟੈਕਨੀਕ ਆਪਾਂ ਯੂਜ਼ ਕਰ ਰਹੇ ਹਾਂ ਉਹਦੇ ਨਾਲ ਵੀ ਉਹਦਾ ਫਰਕ ਪੈਂਦਾ। ਤਾਂ ਆਪਾਂ ਸਾਰੀ ਚੀਜ਼ਾਂ ਨੂੰ ਇਕੱਠੇ ਹੀ ਤੁਹਾਨੂੰ ਸਮਝਾਉਂਦੇ ਹਾਂ। ਦੇਖੋ ਬੇਸਿਕਲੀ 3 ਡਿਫਰੈਂਟ ਕੈਟੇਗਰੀਜ਼ ਆਫ ਜੁਆਇੰਟਸ ਹੈਗੇ ਨੇ, ਉਸ ਤੋਂ ਲੋਅਰ ਲੈਵਲ ਦੇ ਵੀ ਜੁਆਇੰਟਸ ਨੇ, ਬਟ ਅਸੀਂ ਉਹ ਯੂਜ਼ ਨਹੀਂ ਕਰਦੇ। ਅਸੀਂ ਬੇਸਿਕਲੀ ਉਹੀ ਯੂਜ਼ ਕਰਦੇ ਹਾਂ ਜਿਹੜੇ US FDA ਅਪਰੂਵਡ ਜੁਆਇੰਟਸ ਨੇ, ਮੀਨਸ ਕਿ ਕੁਆਲਿਟੀ ਚੈੱਕ US ਡਰੱਗ ਫੈਡਰੇਸ਼ਨ ਵੱਲੋਂ ਅਪਰੂਵਡ ਹੈਗੀ ਹੈ, ਜਿਹੜੀ ਸਭ ਤੋਂ ਔਖੀ ਹੈਗੀ ਹੈ ਮਾਨਤਾ ਲੈਣੀ ਉਹਦੀ। US FDA ਉਹਨਾਂ ਨੂੰ ਮਿਲਦਾ ਜਿਹੜੇ ਪਿਛਲੇ 20-25 ਸਾਲ ਤੋਂ ਟਰਾਇਲਸ, ਹਿਊਮਨ ਟਰਾਇਲ ਸਾਰੇ ਕਲੀਅਰ ਕਰਕੇ ਕਰਦੇ। ਅੱਛਾ, ਤਾਂ ਸਭ ਤੋਂ ਪਹਿਲੇ ਕੈਟੇਗਰੀ ਆ ਜਾਂਦੀ ਹੈ ਜੀ ਜਿਹੜੇ ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਹੋ ਰਹੀ ਹੈ, ਬਟ ਦੇ ਆਰ US FDA ਅਪਰੂਵਡ, ਮੀਨਸ ਕੁਆਲਿਟੀ ਉਹਨਾਂ ਦੀ ਬਾਹਰ ਵਰਗੀ ਹੈਗੀ ਹੈ। ਉਹ ਆਪਾਂ ਜੇ ਜੁਆਇੰਟਸ ਇੱਕ ਕਰੀਏ ਤਾਂ ਅਪਰੋਕਸੀਮੇਟਲੀ 1.25 ਲੱਖ, ਦੋਵੇਂ ਕਰੀਏ ਅਪਰੋਕਸੀਮੇਟਲੀ ਕਿਲੋ 240 ਦੀ ਰੇਂਜ ਦੇ ਵਿੱਚ ਦੋਨਾਂ ਦਾ ਆਪਰੇਸ਼ਨ ਹੋ ਜਾਂਦਾ ਹੈਗਾ, ਜਿਹਦੇ ਵਿੱਚ ਕਿ ਸਾਰੀਆਂ ਮੈਡੀਸਿਨ, ਸਾਰਾ ਪ੍ਰਾਈਵੇਟ ਰੂਮ ਦਾ, ਟੈਸਟਾਂ ਦਾ ਸਾਰਾ ਖਰਚਾ ਵਿੱਚ ਹੀ ਹੁੰਦਾ ਹੈਗਾ। ਦੈਨ ਕਮਸ ਦਾ ਕੈਟੇਗਰੀ ਜਿਹੜੇ ਸਾਰੇ ਇੰਪੋਰਟਡ ਜੁਆਇੰਟਸ ਹੈਗੇ ਨੇ, ਜਿਵੇਂ ਕਿ ਸਾਰੀਆਂ ਇੰਡੀਆ ਇਜ਼ ਲੱਕੀ ਕਿ ਇੱਥੇ ਸਾਰੀਆਂ ਇੰਪੋਰਟਡ ਕੰਪਨੀਜ਼ ਜਿਵੇਂ ਕਿ ਜੌਨਸਨ ਐਂਡ ਜੌਨਸਨ, ਸਮਿਥ ਐਂਡ ਨੈਫਿਊ, ਮੈਕਸ, ਮੈਰਿਲ, ਜ਼ਿਮਰ, ਇਹ ਸਾਰੀ ਕੰਪਨੀਜ਼ ਦੇ ਬੈਸਟ ਜੁਆਇੰਟਸ ਅਵੇਲੇਬਲ ਨੇ, ਤੇ ਬਾਹਰਲੇ ਦੇਸ਼ਾਂ ਨਾਲੋਂ 1/10 ਪ੍ਰਾਈਸ ਤੇ ਅਵੇਲੇਬਲ ਨੇ। ਅੱਛਾ, ਤਾਂ ਇਹਨਾਂ ਚੀਜ਼ਾਂ ਕਰਕੇ ਹੀ ਅਸੀਂ ਕਹਿ ਲਓ ਜਿਵੇਂ ਇੰਪੋਰਟੈਂਟ ਨੀਡਸ ਦੇ ਆਪਾਂ ਕਹਿੰਦੇ ਆ ਲਗਭਗ ਪੈਕੇਜ ਅਰਾਊਂਡ 2.25-3 ਲੱਖ ਦੀ ਰੇਂਜ ਦੇ ਵਿੱਚ ਆਪਣਾ ਬਣ ਜਾਂਦਾ, ਜਿਹਦੇ ਵਿੱਚ ਕਿ ਉਹੀ 4 to 5 ਡੇਜ਼ ਅਸੀਂ ਇੱਥੇ ਰੱਖਦੇ ਹਾਂ, ਜਿਹਦੇ ਵਿੱਚ ਕਿ ਪੇਸ਼ੈਂਟ ਜਦੋਂ ਕੰਫਰਟੇਬਲੀ ਚੱਲਣ ਫਿਰਨ ਲੱਗ ਜਾਂਦਾ ਹੈ ਫਿਰ ਅਸੀਂ ਛੁੱਟੀ ਕਰਦੇ ਹਾਂ। ਐਂਡ ਦੈਨ ਕਮਸ ਦਾ ਟੌਪ ਵੈਰਾਈਟੀ ਜਿਹੜੀ ਆ ਜਾਂਦੀ ਹੈ ਗੋਲਡ ਨੀ। ਗੋਲਡ ਨੀ ਇਸ ਤਰੀਕੇ ਨਾਲ ਆਪਣਾ ਦਿਖਦਾ ਹੈ, ਨਾਰਮਲ ਨੀ ਦੇ ਉੱਪਰ ਜਦੋਂ ਟਾਈਟੇਨੀਅਮ ਕੋਟਿੰਗ ਹੋ ਜਾਂਦੀ ਹੈ ਤਾਂ ਦੈਟ ਗਿਵਸ ਅ ਗੋਲਡਨ ਕਲਰ। ਤਾਂ ਗੋਲਡ ਨੀ ਦੀ ਇਹੀ ਖਾਸੀਅਤ ਹੈ ਕਿ ਇਹਦੀ ਲੌਂਜੀਵਿਟੀ, ਇਹਦੀ ਘਸਣ ਦੀ ਸਪੀਡ ਘੱਟ ਹੈ ਤੇ ਗੋਡਾ ਜ਼ਿਆਦਾ ਲੰਬਾ ਚੱਲਦਾ ਹੈ। ਤਾਂ ਐਵਰੇਜ 30 ਤੋਂ 35 ਸਾਲ ਆਪਾਂ ਕਹਿੰਦੇ ਆ ਗੋਲਡ ਨੀ ਹੈ। ਤਾਂ ਜਿਹੜੇ ਵੀ ਯੰਗ ਪੇਸ਼ੈਂਟਸ ਨੇ ਜਿਨ੍ਹਾਂ ਨੂੰ 40, 45, 50 ਸਾਲ ਦੀ ਉਮਰ ਤੇ ਗੋਡਿਆਂ ਦੀ ਦਿੱਕਤ ਆਉਣ ਲੱਗ ਗਈ ਹੈ ਤੇ ਉਹ ਵੇਟ ਕਰ ਰਹੇ ਨੇ ਕਿਉਂਕਿ ਕਿਸੇ ਨੇ ਉਹਨਾਂ ਨੂੰ ਕਹਿਤਾ ਕਿ ਹਾਂਜੀ ਤੁਹਾਡਾ ਤਾਂ 60 ਸਾਲ ਤੋਂ ਪਹਿਲੇ ਨਹੀਂ ਕਰ ਸਕਦੇ, ਤਾਂ ਉਹਨਾਂ ਲਈ ਵੀ ਹੁਣ ਸੋਲਿਊਸ਼ਨਸ ਹੈਗੇ ਨੇ। ਇਹ ਨਹੀਂ ਹੈਗਾ ਕਿ ਆਪਾਂ ਨੂੰ ਦਰਦ ਨਾਲ ਘਰੇ ਬੈਠੇ ਬੈਠੇ ਆਪਾਂ ਨੂੰ ਹੋਰ ਰੋਗ ਲਾਈਏ, ਬੈਠੇ ਬੈਠੇ ਮੋਟਾਪਾ ਹੋਣ ਲੱਗ ਜੇ, ਦਵਾਈਆਂ ਦੇ ਸਾਈਡ ਇਫੈਕਟਸ ਲੈ ਰਹੇ ਹਾਂ। ਜਿਹੜੀ ਐਕਟਿਵ ਲਾਈਫ ਦੀ ਏਜ ਆਪਾਂ ਕਹਿੰਦੇ 40 to 60, ਹੁਣ ਚਲੋ ਨਾ ਮੇਜਰ ਵਰਕਫੋਰਸ ਹੈ ਕਿ ਬੰਦਾ ਐਕਸਪੀਰੀਅੰਸਡ ਵੀ ਹੈ, ਉਹਨੂੰ ਨੌਲੇਜ ਵੀ ਹੈ, ਅਕਲ ਵੀ ਆ ਗਈ ਹੈ, ਤੇ ਉਹ ਆਪਾਂ ਇਹ ਨਹੀਂ ਚਾਹਾਂਗੇ ਕਿ ਉਸ ਏਜ ਗਰੁੱਪ ਦੇ ਵਿੱਚ ਆਪਾਂ ਜਸਟ ਬਿਕੋਜ਼ ਆਪਾਂ ਤੁਰ ਫਿਰ ਨਹੀਂ ਪਾ ਰਹੇ ਆਪਾਂ ਰਿਸਟ੍ਰਿਕਟਡ ਹੋ ਕੇ ਬੈਠੇ। ਤਾਂ ਉਹਨਾਂ ਲਈ ਵੀ ਹੁਣ ਕਹਿ ਲਓ ਇਸ ਦੀ ਆਪਸ਼ਨਸ ਹੈਗੀਆਂ ਨੇ। ਐਂਡ ਜੇ ਗੋਲਡ ਨੀ ਦਾ ਆਪਾਂ ਪੈਕੇਜ ਕਰੀਏ ਤਾਂ ਅਪਰੋਕਸੀਮੇਟਲੀ 3 ਲੱਖ ਦੇ ਵਿੱਚ ਦੋਨੋਂ ਹੋ ਸਕਦੇ ਨੇ। ਇਹ ਸਾਰੇ ਪੈਕੇजेस ਜਿਹੜੇ ਆਪਾਂ ਗੱਲ ਕਰ ਰਹੇ ਹਾਂ ਦੇ ਆਰ ਆਲ ਕਹਿ ਲਓ ਆਪਾਂ ਜਿਹੜੀ ਸਿੰਪਲ ਮੈਨੂਅਲ ਟੈਕਨੀਕ ਨਾਲ ਕਰ ਰਹੇ ਹਾਂ। ਤਾਂ ਵੀ ਆਰ ਦਾ ਓਨਲੀ ਸੈਂਟਰ ਜਿਹਦੇ ਵਿੱਚ ਸਿੰਪਲ ਟੈਕਨੀਕ, ਕੰਪਿਊਟਰ ਨੈਵੀਗੇਸ਼ਨ ਟੈਕਨੀਕ ਤੇ ਰੋਬੋਟਿਕ ਟੈਕਨੀਕ, ਉਹ ਵੀ ਟੋਟਲ ਐਕਟਿਵ ਰੋਬੋਟਿਕ ਟੈਕਨੀਕ ਨਾਲ ਆਪਾਂ ਆਫਰ ਕਰਦੇ ਹਾਂ। ਜੇ ਕਿਸੇ ਨੇ ਕੰਪਿਊਟਰਾਈਜ਼ਡ ਨੈਵੀਗੇਸ਼ਨ ਕਰਾਉਣਾ ਹੈ ਤਾਂ ਉਹਦੇ ਵਿੱਚ ਫਾਇਦਾ ਕੀ ਹੈ ਕਿ ਜਿਹੜੀ ਆਪਾਂ ਨੂੰ ਬੋਨ ਦੇ ਵਿੱਚ ਕੈਨਾਲ ਬਣਾਉਣੀ ਪਈ ਸੀ ਜਿਹਦੇ 'ਚੋਂ ਕਿ ਐਕਸਟਰਾ ਬੋਨ ਲਾਸ, ਬਲੱਡ ਲਾਸ ਹੋਇਆ ਸੀਗਾ, ਚਰਬੀ ਨਿਕਲ ਕੇ ਕਲੌਟਸ ਦਾ ਇਸ਼ੂ ਆ ਸਕਦਾ ਸੀ, ਹਾਰਟ ਪੇਸ਼ੈਂਟ ਨੂੰ ਰਿਸਕੀ ਸੀਗਾ। ਕੰਪਿਊਟਰ ਨੈਵੀਗੇਸ਼ਨ ਦੇ ਵਿੱਚ ਉਹ ਨਹੀਂ ਹੁੰਦਾ, ਉਹਦੇ ਵਿੱਚ ਵੀ ਅਲਾਈਨਮੈਂਟ ਹਿਪ ਤੋਂ ਲੈ ਕੇ ਐਂਕਲ ਤੱਕ ਕੰਪਿਊਟਰ ਸਾਨੂੰ ਗਾਈਡ ਕਰਦਾ ਹੈ। ਤਾਂ ਉਹਦੇ ਨਾਲ ਵੀ ਆਪਾਂ ਕਰਦੇ ਹਾਂ ਤਾਂ ਚੀਰ-ਫਾੜ ਘਟਦੀ ਹੈ, ਰਿਕਵਰੀ ਇਜ਼ ਫਾਸਟਰ, ਤੇ ਉਹਦੇ ਵਿੱਚ ਵੀ ਪੇਸ਼ੈਂਟਸ ਨੂੰ ਕਹਿ ਲਓ ਨਾ ਅਰਾਊਂਡ 90 to 95% ਤੱਕ ਐਕੂਰੇਸੀ ਮਿਲ ਜਾਂਦੀ ਹੈ, ਜੋ ਕਿ ਇੱਕ ਮੈਨੂਅਲ ਟੈਕਨੀਕ ਨਾਲ 80% ਹੈ। ਤੇ ਇਹਨੂੰ ਜੇ ਆਪਾਂ ਯੂਜ਼ ਕਰਦੇ ਹਾਂ ਤਾਂ ਅਪਰੋਕਸੀਮੇਟਲੀ ਦੋਨੋਂ ਨੀਜ਼ ਦਾ ਅਰਾਊਂਡ 50,000 ਦਾ ਆਪਣਾ ਐਕਸਟਰਾ ਕਾਸਟ ਹੁੰਦੀ ਹੈ ਜੇ ਕੰਪਿਊਟਰਾਈਜ਼ਡ ਟੈਕਨੀਕ ਨਾਲ ਆਪਾਂ। ਤੇ ਫਾਈਨਲ ਆ ਗਿਆ ਜੀ ਆਪਣਾ ਟੋਟਲ ਐਕਟਿਵ ਰੋਬੋਟਿਕ ਸਰਜਰੀ, ਜਿਹਦੇ ਨਾਲ ਕਿ ਆਪਣੀ ਐਕੂਰੇਸੀ ਹੈਜ਼ ਗੋਨ ਅਪ ਟੂ 99.9%। ਉਹਦੇ ਵਿੱਚ ਆਪਾਂ ਪ੍ਰੀ ਪਲੈਨਿੰਗ CT ਸਕੈਨ ਕਰਕੇ ਕਰ ਸਕਦੇ ਹੈਗੇ ਆ। ਐਂਡ ਚਲੋ ਨਾ ਉਹੀ ਅੰਦਰ ਉਹ ਚੀਜ਼ ਫੜ ਹੋਰ ਘੱਟ ਹੋ ਰਹੀ ਹੈ, ਪੇਸ਼ੈਂਟ ਰਿਕਵਰ ਬਹੁਤ ਫਾਸਟ ਕਰ ਰਹੇ ਨੇ। ਤੇ ਇਹਨੂੰ ਜੇ ਆਪਾਂ ਨਾਲ ਯੂਜ਼ ਕਰਦੇ ਹਾਂ ਤਾਂ ਇਹਦਾ ਅਪਰੋਕਸੀਮੇਟਲੀ ਦੋਵਾਂ ਨੀਜ਼ ਦਾ ਅਰਾਊਂਡ 1.25 ਲੱਖ ਦਾ ਐਕਸਟਰਾ ਖਰਚਾ ਨਾਲ ਹੋ ਜਾਂਦਾ। ਤਾਂ ਸਟਿਲ ਜੇ ਆਪਾਂ ਕਹੀਏ ਨਾ ਆਪਾਂ ਜਿਹੜਾ ਇੰਪੋਰਟਡ ਨੀਜ਼ ਦੇ ਵਿੱਚ ਨਾਲ ਰੋਬੋਟਿਕਸ ਵੀ ਕਰ ਰਹੇ ਹਾਂ ਤਾਂ ਅਪਰੋਕਸੀਮੇਟਲੀ ਆਪਣਾ 4 ਲੱਖ ਦੀ ਰੇਂਜ ਦੇ ਵਿੱਚ ਸਾਰਾ ਪੈਕੇਜ ਫੁੱਲੀ ਰੋਬੋਟਿਕ ਇੰਪੋਰਟਡ ਨੀਜ਼ ਜਿਹੜੇ 20-25 ਸਾਲ ਚੱਲਦੇ ਨੇ, ਚੌਂਕੜੀ ਵੱਜਦੀ ਹੈ।
ਕੰਪੇਅਰਿੰਗ ਟੂ ਦਾ ਬਿਗਰ ਸਿਟੀਜ਼ ਆਪਾਂ ਹਜੇ ਵੀ ਕਹਿ ਲਓ ਨਾ ਪੰਜਾਬ ਦੇ ਵੱਡੇ ਸ਼ਹਿਰਾਂ ਜਿਨ੍ਹਾਂ 'ਚ ਸੈਮੀ ਐਕਟਿਵ ਰੋਬੋਟਿਕਸ ਹੋ ਰਹੀ ਹੈ ਉਹਨਾਂ ਤੋਂ ਫਿਰ ਵੀ ਆਪਾਂ 1 ਲੱਖ ਰੁਪਏ ਘੱਟ 'ਚ ਕਰ ਰਹੇ ਹਾਂ। ਜੇ ਆਪਾਂ ਦਿੱਲੀ ਜਾਂ ਵੱਡੇ ਬੈਂਗਲੌਰ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਤਾਂ ਹਜੇ ਵੀ ਆਪਾਂ ਨੀਅਰਲੀ ਹਾਫ ਦਾ ਪ੍ਰਾਈਸ 'ਤੇ ਕਰ ਰਹੇ ਹਾਂ। ਰਾਈਟ। ਸੋ ਤੁਹਾਡੇ ਕੋਲੇ ਅਗਰ ਕਿਸੇ ਨੇ ਆਉਣਾ ਹੈ, ਵਿਦੇਸ਼ ਤੋਂ ਆਉਣਾ ਹੈ, ਕਿਉਂਕਿ ਜਿਹੜੇ ਤਾਂ ਲੋਕਲ ਨੇ ਉਹਨਾਂ ਲਈ ਈਜ਼ੀ ਹੈ ਕਿ ਕਦੇ ਵੀ ਤੁਹਾਨੂੰ ਅਪਰੋਚ ਕਰ ਸਕਦੇ ਨੇ, ਪਰ ਅਗਰ ਕਿਸੇ ਨੇ ਕੈਨੇਡਾ ਤੋਂ ਅਮਰੀਕਾ ਤੋਂ ਆਉਣਾ ਹੈ, ਅਪਾਇੰਟਮੈਂਟ ਦਾ ਕੀ ਟਾਈਮ ਪੀਰੀਅਡ ਰਹਿੰਦਾ ਹੈ ਔਰ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲੋਂ ਅਪਾਇੰਟਮੈਂਟ ਲੈ ਸਕਦੇ ਨੇ? ਤੇ ਜਿਵੇਂ ਕਿ ਤੁਸੀਂ ਕੁਛ ਇਹ ਦੱਸ ਰਹੇ ਸੀ ਕਿ ਕੁਝ ਆਫਰਸ ਵੀ ਤੁਹਾਡੀਆਂ ਸਾਲ ਦੇ ਵਿੱਚ 2 ਟਾਈਮ ਚੱਲਦੀਆਂ, ਹੁਣ ਮਾਰਚ ਦੇ ਟਾਈਮ ਚੱਲ ਰਹੀਆਂ ਨੇ, ਬਟ ਹੁਣੇ ਅਗਰ ਕੋਈ ਨਹੀਂ ਆ ਪਾਉਂਦਾ, ਕਿਸੇ ਨੇ ਥੋੜਾ ਟਾਈਮ ਬਾਅਦ ਆਉਣਾ, ਤਾਂ ਉਹ ਕਿਵੇਂ ਆਪਣੀ ਆਫਰ ਨੂੰ ਲੌਕ ਵੀ ਕਰ ਸਕਦੇ? ਦੇਖੋ ਮੋਸਟਲੀ ਸਾਲ ਦੇ ਵਿੱਚ 2 ਟਾਈਮਸ ਨੇ, ਜਿਵੇਂ ਫੈਬ ਤੋਂ ਲੈ ਕੇ ਮਾਰਚ 31 ਤੱਕ ਜੀ, 15 ਫੈਬ ਤੋਂ 31 ਮਾਰਚ ਤੱਕ, ਤੇ ਮੋਸਟਲੀ ਅਗਸਤ ਦੇ ਵਿੱਚ ਜਦੋਂ ਕਹ ਲਓ ਨਾ ਆਜ਼ਾਦੀ ਦਿਵਸ ਹੈ, ਉਸ ਟਾਈਮ 'ਤੇ ਅਸੀਂ ਕੁਛ ਨਾ ਕੁਛ ਕੰਸੈਸ਼ਨਲ ਕੈਂਪਸ ਵੀ ਰੱਖਦੇ ਹੈਗੇ, ਜਿਹਦੇ ਵਿੱਚ ਸਾਰੇ ਪੇਸ਼ੈਂਟਸ ਨੂੰ ਅਪਰੋਕਸੀਮੇਟਲੀ 30 ਤੋਂ ਲੈ ਕੇ 50,000 ਦੇ ਡਿਸਕਾਊਂਟਸ ਮਿਲਦੇ ਹੈਗੇ ਨੇ ਦੋਨੋਂ ਨੀਜ਼ ਦੇ ਵਿੱਚ। ਤਾਂ ਜੇ ਕਿਸੇ ਨੇ ਆਉਣਾ ਹੈਗਾ ਉਹ ਸਾਡੇ ਨਾਲ ਮੇਰੇ ਪਰਸਨਲ ਨੰਬਰ 'ਤੇ WhatsApp 'ਤੇ ਮੈਸੇਜ ਡਰੋਪ ਕਰ ਸਕਦੇ ਨੇ, ਕਾਲ ਵੀ ਕਰ ਸਕਦੇ ਨੇ। ਜੇ ਉਹਨਾਂ ਨੇ ਆਉਣਾ ਹੈਗਾ ਤਾਂ ਉਹ ਮੇਰੇ ਤੋਂ ਅਪਾਇੰਟਮੈਂਟ ਵੀ ਆਪਣੀ ਬੁੱਕ ਕਰ ਸਕਦੇ ਨੇ, ਕਿਉਂਕਿ ਰੋਬੋਟਿਕ ਦੇ ਵਿੱਚ ਅਰਾਊਂਡ 7 to 10 ਡੇਜ਼ ਦੀ ਵੇਟਿੰਗ ਚੱਲ ਰਹੀ ਹੈ, ਬਿਕੋਜ਼ ਜਿਵੇਂ ਤੁਸੀਂ ਆਪਾਂ ਪਹਿਲੇ ਗੱਲ ਕਰ ਸੀ, ਆਪਾਂ ਬਹੁਤ ਜ਼ਿਆਦਾ ਓਵਰਲੋਡ ਇੱਕ ਦਿਨ 'ਚ ਨਹੀਂ ਕਰਦੇ ਵੀ, ਸਪੈਨ ਇਟ ਤਾਂ ਕਿ ਹਰ ਪੇਸ਼ੈਂਟ ਨੂੰ ਅਸੀਂ ਪ੍ਰੋਪਰ ਕੁਆਲਿਟੀ ਨਾਲ ਪ੍ਰੋਪਰ 100% ਜਸਟਿਸ ਕਰ ਸਕੀਏ ਜੀ। ਤੇ ਜਿਵੇਂ ਆਪਣਾ ਚਲੋ ਪਲੈਨਿੰਗ ਹੁੰਦੀ ਹੈ, ਪੇਸ਼ੈਂਟ ਕੰਟੈਕਟ ਕਰਦਾ ਹੈ, ਆਉਂਦੇ ਨੇ, ਉਹਨਾਂ ਦਾ ਅਸੀਂ ਸਾਰੇ ਬਲੱਡ ਚੈੱਕਅਪ ਕਰਕੇ ਵਿਦਿਨ 3 to 4 ਡੇਜ਼ ਸਰਜਰੀ ਕਰ ਪਾਉਂਦੇ ਹਾਂ। ਓਕੇ। ਜਿਹੜੇ ਵੀ ਪੇਸ਼ੈਂਟ ਸਾਡੇ ਕੋਲ ਬਾਹਰੋਂ ਆਉਂਦੇ ਨੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਅਰਾਊਂਡ ਉਹਨਾਂ ਨੂੰ 6 to 8 ਵੀਕਸ, 1.5 ਤੋਂ 2 ਮਹੀਨਾ ਲੈ ਕੇ ਆਉਣਾ ਚਾਹੀਦਾ ਹੈ, ਬਿਕੋਜ਼ ਲੰਬੀ ਫਲਾਈਟ ਵਾਪਸ ਜਾਣਾ ਹੈ। ਆਪਾਂ ਚਾਹੁੰਦੇ ਹਾਂ ਕਿ 1.5 ਤੋਂ 2 ਮਹੀਨੇ ਬਾਅਦ ਜਿਹੜੇ ਲੈਗਸ ਦੇ ਵਿੱਚ ਕਲੌਟ ਆਉਣ ਦੇ ਇਸ਼ੂਜ਼ ਨੇ ਉਹ ਖਤਮ ਹੋ ਜਾਂਦੇ ਨੇ, ਤਾਂ ਹੀ ਵੈਨ ਇਟ ਇਜ਼ ਸੇਫ, ਜਦੋਂ ਅਸੀਂ ਉਹਨਾਂ ਦਾ ਪ੍ਰੋਪਰ ਰਿਹੈਬ ਦੇਖ ਲਿਆ ਕਿ ਉਹ ਚੰਗੀ ਤਰ੍ਹਾਂ ਚੱਲ ਫਿਰ ਰਹੇ ਨੇ, ਗੋਡਾ ਮੋੜ ਰਹੇ ਨੇ, ਦਿੱਕਤ ਠੀਕ ਹੈ, ਫਿਰ ਹੀ ਅਸੀਂ ਉਹਨਾਂ ਦਾ ਚਲੋ ਛੁੱਟੀ ਦੀ ਜਾਂ ਵਾਪਸ ਜਾਣ ਦੀ ਉਹਨਾਂ ਨੂੰ ਪਰਮਿਸ਼ਨ ਦਿੰਦੇ ਹੈਗੇ। ਰਾਈਟ। ਤਾਂ 6 ਤੋਂ 8 ਹਫ਼ਤੇ ਲੈ ਕੇ ਆਉਣ ਤੋਂ ਪਹਿਲੇ ਸਾਨੂੰ ਚਲੋ ਅਰਾਊਂਡ 15 ਡੇਜ਼ ਪਹਿਲੇ ਇੱਕ ਵਾਰੀ ਪ੍ਰਾਇਰ ਆਪਣੀ ਅਪਾਇੰਟਮੈਂਟ ਬੁੱਕ ਕਰ ਲੈਣ, ਤਾਂ ਕਿ ਉਹਨਾਂ ਨੂੰ ਆਉਂਦੇ ਸਾਰ ਉਹਨਾਂ ਦਾ ਰੈਪਿਡ ਕੰਮ ਕਰ ਸਕੀਏ। ਔਰ ਜਿਵੇਂ ਜਦੋਂ ਆਪਰੇਟ ਹੋ ਜਾਂਦਾ ਹੈ ਉਸ ਤੋਂ ਬਾਅਦ ਕਿੰਨਾ ਟਾਈਮ ਹੈ, ਮਤਲਬ ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਇਨਸਾਨ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਉਹਨਾਂ ਦੀ ਰਿਕਵਰੀ ਜਿਹੜੀ ਹੈ, ਬਟ ਫਿਰ ਵੀ ਚਲੋ ਅਸੀਂ ਇੱਕ ਆਈਡੀਆ ਲੈ ਕੇ ਚੱਲੀਏ ਤਾਂ ਕਿੰਨਾ ਟਾਈਮ ਲੱਗਦਾ ਹੈ ਕਿ ਇੱਕ ਪੇਸ਼ੈਂਟ ਫ੍ਰੀ ਹੋ ਕੇ ਆਪਣਾ ਫਲਾਈਟ ਲੈ ਕੇ ਜਾ ਸਕਦਾ ਵਾਪਸ? ਦੇਖੋ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਜਿਸ ਦਿਨ ਸਰਜਰੀ ਹੁੰਦੀ ਹੈ ਉਸ ਤੋਂ ਨੈਕਸਟ ਡੇ ਉਹ ਚੱਲਣ ਲੱਗ ਜਾਂਦੇ ਹੈਗੇ ਨੇ, ਨੀਜ਼ ਮੋੜਨ ਲੱਗ ਜਾਂਦੇ ਨੇ। ਸਿੰਗਲ ਨੀ ਜਿਹੜਾ ਪੇਸ਼ੈਂਟ ਕਰ ਰਿਹਾ ਉਹ ਮੋਸਟਲੀ 3rd ਡੇ ਆਪਰੇਸ਼ਨ ਤੋਂ ਤੀਸਰੇ ਦਿਨ ਹੀ ਇਜ਼ ਵੈਰੀ ਕੰਫਰਟੇਬਲ, ਤੁਰਨ ਫਿਰਨ ਦੇ ਵਿੱਚ, ਵਾਸ਼ਰੂਮ ਆਪੇ ਆਉਣ ਜਾਣ ਲੱਗ ਜਾਂਦਾ, ਤਾਂ ਉਹ ਇੰਡੀਪੈਂਡੈਂਟ ਹੋ ਜਾਂਦੇ। ਤਾਂ ਮੋਸਟਲੀ ਤੀਸਰੇ ਦਿਨ, ਜਿਨ੍ਹਾਂ ਦੇ ਦੋਨੋਂ ਨੀਜ਼ ਹੋਏ ਨੇ ਉਹ ਚੌਥੇ ਦਿਨ। ਤਾਂ ਮਤਲਬ ਸਾਡੇ ਕੋਲ ਮੈਕਸਿਮਮ ਕੋਈ 3 ਜਾਂ 4 ਦਿਨ ਇੱਥੇ ਰਹਿੰਦੇ ਹੈਗੇ ਨੇ ਪੇਸ਼ੈਂਟਸ, ਤੇ ਉਸ ਤੋਂ ਬਾਅਦ ਸਿੱਧਾ ਉਹਨਾਂ ਨੂੰ ਅਸੀਂ 10 ਡੇਜ਼ ਬਾਅਦ ਬੁਲਾਉਂਦੇ ਹਾਂ ਜਦੋਂ ਉਹਨਾਂ ਦੇ ਸਾਰੇ ਸਟਿਚਸ ਆਊਟ ਹੁੰਦੇ ਨੇ। ਤਾਂ 2 ਵੀਕਸ ਇਜ਼ ਦਾ ਬੇਸਿਕ, ਜਿਹਦੇ ਵਿੱਚ ਕਿ 90 to 95% ਰਿਕਵਰੀ ਹੋ ਜਾਂਦੀ ਹੈ ਪੇਸ਼ੈਂਟ ਜੀ। ਉਸ ਤੋਂ ਬਾਅਦ ਸਿਰਫ ਅਸੀਂ ਲਾਸਟ 5-10% ਲਈ 1 ਮਹੀਨਾ ਹੋਰ ਆਬਜ਼ਰਵ ਕਰਦੇ ਹਾਂ। ਤਾਂ ਮਤਲਬ ਜੇ ਕਿਸੇ ਨੂੰ ਕੋਈ ਨੇੜੇ ਜਾਂ ਲੋਕਲ ਹੈਗਾ ਉਹ ਤਾਂ 2 ਹਫ਼ਤੇ ਤੋਂ ਬਾਅਦ ਫੋਲੋ ਅਪ ਫੋਨ ਤੇ ਵੀ ਕਰ ਸਕਦੇ ਨੇ। ਜਿਹੜੇ ਬਾਹਰੋਂ ਆਏ ਨੇ ਵੀ ਜਸਟ ਪ੍ਰੈਫਰ ਕਿ ਉਹਨਾਂ ਨੂੰ ਅਸੀਂ ਇੱਕ ਵਾਰੀ ਪ੍ਰੋਪਰ ਮਹੀਨੇ ਬਾਅਦ ਦੇਖ ਕੇ ਜਦੋਂ ਉਹਨਾਂ ਦੀ 95% ਪਲੱਸ ਰਿਕਵਰੀ ਹੋ ਗਈ ਹੈ ਉਸ ਤੋਂ ਬਾਅਦ ਭੇਜੀਏ। ਤਾਂ ਹੀ ਆਪਾਂ ਕਹਿੰਦੇ ਕਿ ਮਿਨੀਮਮ ਆਪਣਾ 6 ਹਫ਼ਤੇ ਦਾ ਟਾਈਮ ਜ਼ਰੂਰ ਲੈ ਕੇ ਆਓ, ਤਾਂ ਕਿ ਤੁਹਾਨੂੰ ਇਹ ਨਾ ਹੋਏ ਕਿ ਉੱਥੇ ਪਹੁੰਚਣ ਤੋਂ ਬਾਅਦ, ਬਿਕੋਜ਼ ਮੋਸਟਲੀ ਬਾਹਰਲੇ ਦੇਸ਼ਾਂ ਦੇ ਜਾ ਕੇ ਮੈਨੂੰ ਪਤਾ ਹੈ ਨਾ ਤਾਂ ਐਂਟੀਬਾਇਓਟਿਕ ਮਿਲਦਾ, ਨਾ ਹੀ ਕੋਈ ਪ੍ਰੋਪਰ ਪੇਨ ਕਿਲਰ ਮਿਲਦਾ, ਤਾਂ ਉੱਥੇ ਬਹੁਤ ਦਿੱਕਤਾਂ ਆਉਂਦੀਆਂ ਨੇ ਜੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੇਸ਼ੈਂਟਸ ਨੂੰ ਦਿੱਕਤ ਆਏ। ਅੱਛਾ, ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਪੁੱਛਣੀ ਹੈ, ਜਿਵੇਂ ਹੁਣ ਠੰਡੇ ਇਲਾਕਿਆਂ ਦੇ ਵਿੱਚ ਕੁਝ ਲੋਕ ਰਹਿੰਦੇ ਨੇ, ਕੈਨੇਡਾ ਦੀ ਉਹ ਗੱਲ ਕਰ ਲਈਏ, ਠੰਡ ਜ਼ਿਆਦਾ ਹੁੰਦੀ ਹੈ, ਤਾਂ ਕੀ ਇੰਪਲਾਂਟਸ ਪਵਾਉਣ ਤੋਂ ਬਾਅਦ, ਸਰਜਰੀ ਹੋਣ ਤੋਂ ਬਾਅਦ ਕੀ ਕੁਛ ਇੱਦਾਂ ਦੇ ਪ੍ਰੀਕਾਸ਼ਨਸ ਵੀ ਰੱਖਣੇ ਪੈਂਦੇ ਨੇ ਕਿ ਠੰਡ ਤੋਂ ਬਚਾਉਣਾ ਪਏਗਾ, ਜਾਂ ਫਿਰ ਇੱਕ ਨਾਰਮਲ ਲਾਈਫ ਜੀ ਸਕਦੇ ਹਾਂ ਜਿਵੇਂ ਅਸੀਂ ਪਹਿਲਾਂ ਜੀਂਦੇ ਸੀ? ਦੇਖੋ ਨਾਰਮਲੀ ਸਰਜਰੀ ਤੋਂ ਬਾਅਦ ਬਹੁਤ ਜ਼ਿਆਦਾ ਕੁਛ ਇਹ ਨਹੀਂ ਹੈਗਾ ਕਿ ਆਪਾਂ ਨੂੰ ਨਾਰਮਲ ਪ੍ਰੀਕਾਸ਼ਨਸ, ਜਿੰਨੀ ਇੱਕ ਬੋਡੀ ਨੂੰ ਹੀਟ ਚਾਹੀਦੀ ਹੈ ਜਾਂ ਜਿੰਨੀ ਟੋਲਰੇਟ ਬੋਡੀ ਕਰ ਸਕਦੀ ਹੈ ਉਨਾ ਹੀ ਗੋਡਿਆਂ ਤੋਂ ਬਾਅਦ ਵੀ ਰਹਿੰਦਾ ਹੈਗਾ। ਤਾਂ ਇਟ ਇਜ਼ ਜਸਟ ਕਿ ਡਾਇਰੈਕਟ ਹੀਟ, ਜਿਵੇਂ ਆਪਾਂ ਕਹਿੰਦੇ ਨਾ ਬਿਲਕੁਲ ਹੀਟਰ ਦੇ ਸਾਹਮਣੇ ਗੋਡੇ ਤੇ ਹਵਾ ਲੱਗ ਰਹੀ ਹੈ, ਉਹ ਅਵੋਇਡ ਕਰਨੀ ਹੈਗੀ ਹੈ, ਬਿਕੋਜ਼ ਇੰਪਲਾਂਟਸ ਕੈਨ ਹੀਟ ਅਪ। ਅਦਰਵਾਈਜ਼ ਜਿੰਨਾ ਕੁ ਬੋਡੀ ਨੂੰ ਟੈਂਪਰੇਚਰ ਚਾਹੀਦਾ, ਕੰਫਰਟੇਬਲ ਚਾਹੀਦਾ, ਕਿਉਂਕਿ ਬਾਹਰਲੇ ਦੇਸ਼ਾਂ 'ਚ ਸਾਰੇ ਕਿਤੇ ਸੈਂਟਰਲ ਹੀਟਿੰਗ ਹੈਗੀ ਹੈ, ਤਾਂ ਦੈਟ ਇਜ਼ ਕੰਫਰਟੇਬਲ। ਤਾਂ ਉਹਨਾਂ ਨੂੰ ਕੁਝ ਨਾਰਮਲ ਪ੍ਰੀਕਾਸ਼ਨ ਮਤਲਬ ਵਰਤਣੇ ਨੇ, ਐਕਸਟਰਾ ਪ੍ਰੀਕਾਸ਼ਨ ਕਰਨ ਦੀ ਲੋੜ ਨਹੀਂ। ਕਈ ਵਾਰ ਇਹ ਵੀ ਮਨ 'ਚ ਲੋਕਾਂ ਦੇ ਹੁੰਦਾ ਕਿ ਜੀ ਕਿਤੇ ਕੋਈ ਗੋਡਾ ਹਿੱਲ ਤਾਂ ਨਹੀਂ ਜਾਏਗਾ ਮਾੜੇ ਮੋਟੇ ਛਾਲ ਮਾਰਨ ਨਾਲ, ਉੱਠਣ ਬੈਠਣ ਨਾਲ, ਤਾਂ ਉਹ ਵੀ ਕੋਈ ਇਹੋ ਜਿਹਾ ਕਹਿ ਲਓ ਨਾ ਮਾਈਨਰ ਇਸ਼ੂਜ਼, ਮਾਈਨਰ ਇੰਜਰੀ ਦੇ ਨਾਲ ਗੋਡੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਜਿੰਨਾ ਵੀ ਅਸੀਂ ਦੇਖਦੇ ਹਾਂ ਬਾਈ ਚਾਂਸ ਕੋਈ ਬਜ਼ੁਰਗ ਬਾਈ ਚਾਂਸ ਬੁਰੀ ਤਰ੍ਹਾਂ ਸਲਿਪ ਕਰਦੇ ਨੇ, ਕੋਈ ਐਕਸੀਡੈਂਟ ਹੁੰਦਾ ਹੈ, ਤਾਂ ਬੋਨ ਦੇ ਵਿੱਚ ਉਹਦੀ ਪ੍ਰੋਬਲਮ ਆਉਂਦੀ ਹੈ, ਜੁਆਇੰਟਸ ਫਿਰ ਵੀ 99.9% ਨਹੀਂ ਹਿਲਦੇ। ਤਾਂ ਮਤਲਬ ਜੁਆਇੰਟ ਇਜ਼ ਐਕਚੁਅਲੀ ਸੋਲਿਡ ਰਹਿੰਦਾ ਹੈਗਾ, ਬਟ ਸਟਿਲ ਉਹਦਾ ਆਪਾਂ ਜਿੰਨੀ ਟੇਕ ਕੇਅਰ ਕਰਦੇ ਹਾਂ ਉਹਨਾਂ ਉਹ ਜ਼ਿਆਦਾ ਲੰਬਾ ਵੀ ਚੱਲਦਾ ਹੈ। ਕੀ ਬਾਤ ਹੈ। ਤਾਂ ਮੇਰੇ ਖਿਆਲ ਨਾਲ ਦਰਸ਼ਕਾਂ ਦੇ ਇੱਥੇ ਸਾਰੇ ਜਿਹੜੇ ਡਾਊਟ ਨੇ ਜਾਂ ਫਿਰ ਡਰ ਨੇ
ਉਹ ਸਾਰੇ ਹੀ ਕਲੀਅਰ ਹੋ ਗਏ ਹੋਣਗੇ। ਸੋ ਡਾਕਟਰ ਸਾਹਿਬ ਨੇ ਬੜੇ ਡਿਟੇਲ ਦੇ ਵਿੱਚ ਦੱਸਿਆ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਵੀ ਦਿੱਤਾ ਔਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਫਿਰ ਵੀ ਅਗਰ ਕੋਈ ਗੱਲ ਮੈਂ ਭੁੱਲ ਗਿਆ ਹੋਵਾਂ ਪੁੱਛਣੋਂ ਤੁਹਾਡੇ ਤੋਂ, ਤਾਂ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਮੋਸਟਲੀ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਕਿ ਬਹੁਤ ਜ਼ਿਆਦਾ ਆਪਾਂ ਟ੍ਰੀਟਮੈਂਟ ਨੂੰ ਡਿਲੇ ਨਾ ਕਰੀਏ। ਵੈਸੇ ਤਾਂ ਅੱਜਕੱਲ੍ਹ ਸਾਰੇ ਸਿਆਣੇ ਨੇ, ਗੂਗਲ ਦੇ ਉੱਪਰ ਸਾਰਾ ਸਰਚ ਕਰਦੇ ਨੇ, ਬਟ ਸਟਿਲ ਇੱਕ ਕਹਿ ਲਓ ਨਾ ਡਾਕਟਰ ਦੀ ਨਜ਼ਰ ਕਈ ਵਾਰੀ ਉਹ ਚੀਜ਼ ਪਕੜ ਲੈਂਦੀ ਹੈਗੀ ਹੈ ਜਿਹੜੀ ਆਪਾਂ ਆਮ ਮਿਸ ਕਰ ਰਹੇ ਹੈਗੇ ਆ। ਤਾਂ ਟਾਈਮਲੀ ਟ੍ਰੀਟਮੈਂਟ ਹੋ ਜੇ ਤਾਂ ਹੋ ਸਕਦਾ ਆਪਾਂ ਨੂੰ ਇੰਨੀ ਵੱਡੀ ਸਰਜਰੀਜ਼ ਬਾਰੇ ਸੋਚਣਾ ਹੀ ਨਾ ਪਵੇ। ਤਾਂ ਗੈਟ ਯੂਅਰ ਟਾਈਮਲੀ ਟ੍ਰੀਟਮੈਂਟ। ਜੇ ਬਾਈ ਚਾਂਸ ਕੋਈ ਦਿੱਕਤ ਆਉਂਦੀ ਹੈ ਅਰਲੀ ਸਟੇਜ 'ਤੇ ਉਹਨੂੰ ਅਸੀਂ ਫੜ ਲੈਂਦੇ ਹਾਂ ਤਾਂ ਹੋ ਸਕਦਾ ਅਸੀਂ ਇਸ ਫਾਈਨਲ ਕਹਿ ਲਓ ਸਰਜਰੀ ਤੋਂ ਬਚਾਅ ਵੀ ਕਰ ਸਕੀਏ। ਐਂਡ ਬਾਈ ਚਾਂਸ ਜੇ ਸਟੇਜ ਆਪਣੀ ਆਲਰੇਡੀ ਆ ਚੁੱਕੀ ਹੈਗੀ ਹੈ ਤਾਂ ਉਹੀ ਹੈ ਉਹਦਾ ਪ੍ਰੋਪਰ ਟ੍ਰੀਟਮੈਂਟ ਆਪਾਂ ਵਿਦਆਊਟ ਡਿਲੇ ਕਰਾਈਏ ਤਾਂ ਕਿ ਆਪਾਂ ਨੂੰ ਜਿਹੜੀ ਰਿਕਵਰੀ ਹੈ ਉਹ ਫਾਸਟਰ ਰਹੇ ਰਾਦਰ ਦੈਨ ਆਪਾਂ ਨੂੰ ਕਿ ਬਹੁਤ ਜ਼ਿਆਦਾ ਐਕਸਟਰਾ ਇੰਪਲਾਂਟਸ ਯੂਜ਼ ਕਰਨੇ ਪੈਣ ਜਦੋਂ ਗੋਡੇ ਬਹੁਤ ਜ਼ਿਆਦਾ ਖਰਾਬ ਹੋਏ ਜੀ। ਤਾਂ ਅਰਲੀ ਟ੍ਰੀਟਮੈਂਟ, ਅਰਲੀ ਡਿਟੈਕਸ਼ਨ ਤੇ ਪ੍ਰੋਪਰ ਟ੍ਰੀਟਮੈਂਟ ਕਿ ਆਪਾਂ ਡਾਕਟਰ ਦੀ ਕੰਸਲਟੇਸ਼ਨ ਲੈ ਕੇ ਕਰੀ। ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ ਆਪਣਾ। ਔਰ ਦਰਸ਼ਕਾਂ ਨੂੰ ਮੈਂ ਇਹੀ ਗੱਲ ਕਹਾਂਗਾ, ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਸਮਾਂ ਜਿਹੜਾ ਹੈ ਉਹ ਬਰਬਾਦ ਨਹੀਂ ਕਰਨਾ, ਕਿਉਂਕਿ ਸਾਡੀ ਆਪਣੀ ਜਿਹੜੀ ਜ਼ਿੰਦਗੀ ਹੈ ਜਾਂ ਆਪਣੀ ਜਿਹੜੀ ਸਿਹਤ ਹੈ ਉਸ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ। ਅਤੇ ਜਿੱਥੇ ਸਰਜਨ ਦੀ ਗੱਲ ਹੈ ਕਿ ਇੱਕ ਬੈਸਟ ਸਰਜਨ ਤੁਸੀਂ ਚੂਜ਼ ਕਰਨਾ ਹੈ, ਸੋ ਡਾਕਟਰ ਨਾਗਪਾਲ ਬਾਰੇ ਅਸੀਂ ਕਾਫੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਹੈ। ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਨੂੰ 2021 ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਬੈਸਟ ਸਰਜਨ ਦਾ ਅਵਾਰਡ ਵੀ ਮਿਲਿਆ ਹੈ। ਔਰ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਸਪੈਸ਼ਲੀ ਗੋਡਿਆਂ ਦੀ ਸਰਜਰੀ ਦੇ ਲਈ ਬੈਸਟ ਹਸਪੀਟਲ ਮੰਨਿਆ ਜਾਂਦਾ ਹੈ। ਸੋ ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ। ਸਕਰੀਨ ਦੇ ਉੱਤੇ ਨੰਬਰ ਜਿਹੜੇ ਸੀਗੇ ਉਹ ਫਲੈਸ਼ ਹੋ ਰਹੇ ਨੇ, ਡਾਕਟਰ ਸਾਹਿਬ ਦੇ ਨਾਮ ਦੇ ਉਹਨਾਂ ਦੇ ਨੀਚੇ ਬਿਲਕੁਲ ਨੰਬਰ ਸੀਗਾ। ਸੋ ਇਹ ਡਿਟੇਲਸ ਜਿਹੜੀਆਂ ਸਕਰੀਨ ਦੇ ਉੱਤੇ ਨੇ ਇਸ ਨੂੰ ਲੈ ਕੇ ਤੁਸੀਂ ਹਸਪੀਟਲ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਸੋ ਸਾਡੇ ਨਾਲ ਬਣੇ ਰਹੋ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।